ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ। ਸਭ ਗੱਲਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਮੁਸ਼ਕਿਲ ਹਾਲਾਤਾਂ ਦੇ ਵਿੱਚ ਵੀ ਪਰਮੇਸ਼ਰ ਨੇ ਅੱਜ ਤੱਕ ਸਾਨੂੰ ਸੰਭਾਲਿਆ, ਸਾਡੀ ਸਾਰਿਆਂ ਦੀ ਮਦਦ ਨਿਗਹਿਬਾਨੀ ਰਖਵਾਲੀ ਕੀਤੀ ਹੈ। ਤਾਂ ਸਭ ਗੱਲਾਂ ਦੇ ਲਈ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਤਾਂ ਆਈਏ ਅਸੀਂ ਆਪਣੇ ਉਸੇ ਵਿਸ਼ੇ ਦੇ ਵਿੱਚ ਅੱਗੇ ਵਧਦੇ ਹਾਂ ਜੋ ਵਿਸ਼ਾ ਅਸੀਂ ਪਿਛਲੇ ਦਿਨਾਂ ਤੋਂ ਪ੍ਰਭੂ ਦਾ ਵਚਨ ਸਿੱਖਣ ਲਈ ਸ਼ੁਰੂ ਕੀਤਾ ਹੋਇਆ ਕਿ ਆਦਮ ਦੇ ਪਾਪ ਕਾਰਨ ਮਨੁੱਖ ਜਾਤੀ ਨੂੰ ਹੋਏ ਨੁਕਸਾਨ। ਅੱਜ ਉਹਦੀ ਕਲਾਸ ਨੰਬਰ 9 ਆ। ਤੋ ਇੱਕ ਮਿੰਟ ਦੇ ਵਿੱਚ ਮੈਂ ਰਿਪੀਟ ਕਰਾਂਗਾ ਕਿ ਆਦਮ ਦੇ ਪਾਪ ਕਾਰਨ ਦੇ ਕਾਰਨ ਜੋ ਨਵੇਂ ਲੋਕ ਨੇ ਜੋ ਅੱਜ ਪਹਿਲੀ ਵਾਰ ਇਸ ਵਚਨ ਨੂੰ ਸੁਣ ਰਹੇ ਨੇ, ਸਾਰੀ ਮਨੁੱਖ ਜਾਤੀ ਨੂੰ ਨੁਕਸਾਨ ਹੋ ਗਏ ਸੀ। ਨੰਬਰ 1, ਆਦਮ ਆਤਮਿਕ ਤੌਰ ਤੇ ਮਰ ਗਿਆ ਸੀ। ਫਿਰ ਪਰਮੇਸ਼ਰ ਨੇ ਉਹਨੂੰ ਨਵੇਂ ਸਿਰਿਓਂ ਨਵੇਂ ਤਰੀਕੇ ਨਾਲ ਜਨਮ ਦਿਵਾ ਕੇ ਜਿੰਦਾ ਕੀਤਾ। ਫਿਰ ਦੂਸਰੀ ਗੱਲ, ਪਰਮੇਸ਼ਰ ਨਾਲੋਂ ਆਦਮ ਦੀ ਸੰਗਤੀ ਟੁੱਟ ਗਈ ਸੀ। ਫਿਰ ਪਰਮੇਸ਼ਰ ਨੇ ਆਪਣੀ ਸੰਗਤੀ ਆਦਮ ਦੇ ਨਾਲ ਬਹਾਲ ਕੀਤੀ। ਨੰਬਰ 3, ਆਦਮ ਨੰਗਾ ਹੋ ਗਿਆ ਸੀ। ਪਾਪ ਨੇ ਉਹਨੂੰ ਨੰਗਾ ਕਰ ਦਿੱਤਾ ਸੀ। ਪਾਪ ਨੇ ਉਹਦੀ ਅਸਲੀਅਤ ਉਹਨੂੰ ਦੱਸ ਦਿੱਤੀ ਸੀ ਤੇ ਹੁਣ ਆਪਣੀ ਇਹ ਪਾਪ ਦੀ ਅਵਸਥਾ ਦੇ ਕਾਰਨ ਉਹ ਪਰਮੇਸ਼ਰ ਦੇ ਸਾਹਮਣੇ ਨਹੀਂ ਸੀ ਜਾ ਸਕਦਾ। ਫਿਰ ਪਰਮੇਸ਼ਰ ਨੇ ਉਹਨੂੰ ਕੁਝ ਆਤਮਿਕ ਸ਼ਸਤਰ ਬਸਤਰ ਦਿੱਤੇ ਜਿਨ੍ਹਾਂ ਨੂੰ ਅਸੀਂ ਪਿਛਲੇ ਦਿਨਾਂ ਸਿੱਖ ਸਕੇ ਹਾਂ। ਸਭ ਤੋਂ ਪਹਿਲਾਂ ਸੱਚਾਈ ਦੀ ਕਮਰਕਸ, ਫਿਰ ਧਰਮ ਦੀ ਸੰਜੋ ਪਹਿਨਾਈ, ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਦਿੱਤੀ, ਨੇਚਾ ਦੀ ਢਾਲ ਦਿੱਤੀ, ਮੁਕਤੀ ਦਾ ਟੋਪ ਔਰ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ ਦਿੱਤੀ। ਫਿਰ ਅਸੀਂ ਉਸ ਤੋਂ ਬਾਅਦ ਸਿੱਖਿਆ ਕਿ ਸਭ ਤੋਂ ਜ਼ਰੂਰੀ ਆ ਅਣਖ ਦਾ ਚੋਲਾ, ਅਣਖ ਦੇ ਬਸਤਰ ਵੀ ਸਾਡੇ ਉੱਪਰ ਹੋਣੇ ਜ਼ਰੂਰੀ ਆ। ਤਾਂ ਅੱਜ ਅਸੀਂ ਪਰਮੇਸ਼ਰ ਦੇ ਵਚਨ ਸਿੱਖਣ ਲਈ ਜਾ ਰਹੇ ਹਾਂ। ਉਸ ਤੋਂ ਇੱਕ ਅਗਲਾ ਸਟੈਪ ਇਫਸੀਆਂ ਦੀ ਪੱਤਰੀ 6 ਬਾਬ ਉਹਦਾ 18 ਵਚਨ ਪੜ੍ਹੀਏ। ਇਫਸੀਆਂ ਦੀ ਪੱਤਰੀ 6 ਬਾਬ 18 ਵਚਨ। ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਹਾਂ, ਇਫਸੀਆਂ 6 ਬਾਬ 18 वचन जरा हिंदी जी पढ़ दो। इफसियां 6 दी 18। हर समय और हर प्रकार से आत्मा में प्रार्थना और विनती करते रहो और इसीलिए हाँ बस जागते रहो। हाँ, पढ़ो दोबारा पढ़ो पंजाबी दे विच। ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ फिर कहंदा ये शस्त्र ते बस्तर तुसी पहन लए ने। सारे शस्त्रां तो ਸਾਰੇ ਬਸਤਰਾਂ ਤੋਂ ਬਾਅਦ ਫਿਰ ਗੱਲ ਆ ਗਈ ਹੈ ਪ੍ਰਾਰਥਨਾ ਦੀ। ਇੱਥੇ ਲਿਖਿਆ ਸਾਰੀ ਪ੍ਰਾਰਥਨਾ। ਕਹਿਣ ਦਾ ਮਤਲਬ ਜਿੰਨੀ ਵਾਰ ਵੀ ਤੁਸੀਂ ਪ੍ਰਾਰਥਨਾ ਕਰੋ ਉਹ ਕਿਹਦੇ ਨਾਲ? ਨੰਬਰ 1 ਬੇਨਤੀ ਹੋਣੀ ਚਾਹੀਦੀ ਉਹਦੇ ਵਿੱਚ, ਤੇ ਨੰਬਰ 2 ਉਹ ਆਤਮਾ ਉਹ ਪ੍ਰਾਰਥਨਾ ਆਤਮਾ ਦੇ ਨਾਲ ਹੋਣੀ ਚਾਹੀਦੀ ਆ। ਪੜੋ ਦੁਬਾਰਾ। ਅਤੇ ਸਾਰੀ ਪ੍ਰਾਰਥਨਾ, ਫਿਰ ਤੁਹਾਡੀ ਸਾਰੀ ਪ੍ਰਾਰਥਨਾ ਜੋ ਵੀ ਫਿਰ ਹੁਣ ਤੁਸੀਂ ਪ੍ਰਾਰਥਨਾ ਕਰਦੇ ਹੋ, ਇੱਥੇ ਆ ਕੇ ਹੁਣ ਤੁਹਾਡੇ ਪ੍ਰਾਰਥਨਾ ਕਰਨ ਦਾ ਢੰਗ ਵੀ ਬਦਲੇਗਾ। ਜਦ ਤੱਕ ਅਸੀਂ ਸਰੀਰਕ ਬਸਤਰ ਪਹਿਨੇ ਸੀ, ਆਤਮਿਕ ਸ਼ਸਤਰ ਬਸਤਰ ਨਹੀਂ ਸੀ ਪਹਿਨੇ, ਉਦੋਂ ਸਾਡੀਆਂ ਪ੍ਰਾਰਥਨਾਵਾਂ ਸਰੀਰਕ ਹੁੰਦੀਆਂ ਸੀ, ਉਦੋਂ ਸਾਡੀਆਂ ਪ੍ਰਾਰਥਨਾਵਾਂ ਪ੍ਰਾਣਿਕ ਹੁੰਦੀਆਂ ਸੀ, ਉਦੋਂ ਸਾਡੀਆਂ ਪ੍ਰਾਰਥਨਾਵਾਂ ਸੰਸਾਰਿਕ ਹੁੰਦੀਆਂ ਸੀ। ਪਰ ਹੁਣ ਅਸਲ 'ਚ ਇੱਕ ਆਤਮਿਕ ਇਨਸਾਨ ਦੀ ਪ੍ਰਾਰਥਨਾ ਵੀ ਬਦਲਦੀ ਆ ਜਦੋਂ ਉਹ ਸਾਰੇ ਸ਼ਸਤਰ ਬਸਤਰ ਪਹਿਨਦਾ ਆ। ਸ਼ਸਤਰ ਬਸਤਰ ਪਹਿਨ ਤੋਂ ਬਾਅਦ ਜਦੋਂ ਅਣਖ ਦਾ ਚੋਲਾ ਪਹਿਨਦਾ, ਉਸ ਤੋਂ ਬਾਅਦ ਪ੍ਰਾਰਥਨਾ ਕਰਨ ਦੇ ਵਿੱਚ ਇੱਕ ਡਿਫਰੈਂਸ ਆ ਜਾਂਦਾ, ਪ੍ਰਾਰਥਨਾ ਕਰਨ ਦੇ ਵਿੱਚ ਇੱਕ ਫਰਕ ਆ ਜਾਂਦਾ। ਉਹ ਕੀ ਜਾਂਦਾ? ਪਰਮੇਸ਼ਰ ਦਾ ਆਤਮਾ ਸਿੱਧਾ ਕਹਿ ਰਿਹਾ ਹੁਣ ਤੋਂ ਤੇਰੀ ਸਾਰੀ ਪ੍ਰਾਰਥਨਾ, ਹੁਣ ਜਿੰਨੀਆਂ ਵੀ ਤੂੰ ਪ੍ਰਾਰਥਨਾ ਕਰੇ ਉਹ ਕਿਸ ਤਰ੍ਹਾਂ ਹੋਣੀਆਂ ਚਾਹੀਦੀਆਂ ਨੇ। ਪੜੋ ਪੰਜਾਬੀ ਦੇ ਵਿੱਚ। ਅਤੇ ਸਾਰੀ ਪ੍ਰਾਰਥਨਾ, ਹੁਣ ਸਾਰੀ ਪ੍ਰਾਰਥਨਾਵਾਂ ਅਤੇ ਬੇਨਤੀ ਔਰ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਹਰ ਸਮੇਂ ਆਤਮਾ ਵਿੱਚ ਕੀ ਕਰਦੇ ਰਹੋ? ਸਾਰੀਆਂ ਪ੍ਰਾਰਥਨਾਵਾਂ ਵੀ ਤੇ ਸਾਰੀਆਂ ਬੇਨਤੀਆਂ ਵੀ ਹੁਣ ਕਿਹਦੇ 'ਚ ਹੋਣ? ਸਿੱਧਾ। ਹੁਣ ਤੋਂ ਜੋ ਵੀ ਤੂੰ ਪ੍ਰਾਰਥਨਾ ਕਰਨੀ ਆ, ਹੁਣ ਤੋਂ ਜੋ ਵੀ ਤੁਸੀਂ ਬੇਨਤੀ ਕਰਨੀ ਆ, ਉਹ ਕਿਹਦੇ ਵਿੱਚ? ਆਤਮਾ ਦੇ ਵਿੱਚ। ਅੱਜ ਅਸੀਂ ਇਸ ਚੀਜ਼ ਨੂੰ ਸਿੱਖਣ ਲਈ ਜਾ ਰਹੇ ਹਾਂ। ਤਾਂ ਮੈਨੂੰ ਆਸ ਆ ਇਹ ਪਰਮੇਸ਼ਰ ਦਾ ਵਚਨ ਅੱਜ ਤੁਹਾਡੇ ਸਾਰਿਆਂ ਦੇ ਜੀਵਨ 'ਚ ਇੱਕ ਵੱਡਾ ਕੰਮ ਕਰੇਗਾ। ਤੁਹਾਡੀਆਂ ਪ੍ਰਾਰਥਨਾਵਾਂ ਕਰਨ ਦੇ ਇਹ ਨਜ਼ਰੀਏ ਨੂੰ ਕੀ ਕਰੇਗਾ? ਬਦਲੇਗਾ। ਕਿਉਂਕਿ ਪਰਮੇਸ਼ਰ ਨੇ ਐਸੇ ਮਹਾਨ ਕੰਮ ਸਾਡੇ ਜੀਵਨ 'ਚ ਕੀਤੇ ਨੇ ਜਿਹੜੇ ਨਾ ਤੇ ਅਸੀਂ ਤੇ ਨਾ ਤੇ ਕੋਈ ਹੋਰ ਹੀ ਕਰ ਸਕਦਾ ਸੀ। ਇਸੇ ਕਾਰਨ ਅੱਜ ਅਸੀਂ ਦਾਅਵੇ ਦੇ ਨਾਲ, ਇਸੇ ਕਾਰਨ ਅੱਜ ਅਸੀਂ ਪੂਰੇ ਆਤਮ ਵਿਸ਼ਵਾਸ ਦੇ ਨਾਲ ਕਹਿੰਦੇ ਆ ਕਿ ਜੇਕਰ ਇਸ ਧਰਤੀ ਦੇ ਉੱਪਰ, ਇਸ ਸੰਸਾਰ ਦੇ ਉੱਤੇ
ਕੋਈ ਵੀ ਨਾਮ ਮਹਿਮਾ ਜਾਂ ਵਡਿਆਈ ਜਾਂ ਤਾਰੀਫ ਜਾਂ ਧੰਨਵਾਦ ਦੇ ਯੋਗ ਆ, ਉਹ ਨਾਮ ਆ ਸਿਰਫ ਪਰਮੇਸ਼ਰ ਦਾ ਨਾਮ। ਇਸ ਧਰਤੀ ਦੇ ਉੱਪਰ, ਇਸ ਅਸਮਾਨ ਦੇ ਹੇਠ ਸਿਰਫ ਪ੍ਰਭੂ ਯਿਸੂ ਮਸੀਹ ਦਾ ਨਾਮ ਹੀ ਕੀ ਆ, ਤਾਰੀਫ ਦੇ ਯੋਗ ਆ, ਕਿਉਂਕਿ ਉਹਨੇ ਅਜਿਹੇ ਮਹਾਨ ਕੰਮ ਸਾਡੇ ਜੀਵਨਾਂ 'ਚ ਕੀਤੇ ਨੇ ਜਿਹੜੇ ਕਿ ਅਸੰਭਵ ਸੀ। ਮੁਰਦਿਆਂ ਨੂੰ ਜਵਾਇਆ, ਸੰਗਤੀ ਟੁੱਟੀ ਸੀ, ਫਿਰ ਸੰਗਤੀ ਦਿੱਤੀ, ਔਰ ਹੁਣ ਸ਼ੈਤਾਨ ਦਾ ਸਾਹਮਣਾ ਕਰਨ ਦੇ ਲਈ ਇਹ ਆਤਮਿਕ ਬਸਤਰ ਵੀ ਦੇ ਰਿਹਾ। ਫਿਰ ਹੁਣ ਆਖਰ 'ਚ ਸਾਨੂੰ ਪ੍ਰਾਰਥਨਾ ਕਰਨ ਦਾ ਤਰੀਕਾ ਵੀ ਕੀ ਕਰ ਰਿਹਾ। ਤੁਸੀਂ ਕਈ ਵਾਰ ਸੋਚਦੇ ਹੋਵੋਗੇ ਕਿ ਨਰਕ ਦੀ ਅੱਗ, ਪਰਮੇਸ਼ਰ ਨਰਕ ਦੀ ਅੱਗ ਦਾ ਮਤਲਬ ਅਨੰਤ ਕਾਲ ਦੀ ਸਜ਼ਾ, ਹਰ ਸਮੇਂ ਉਸ ਅੱਗ 'ਚ ਕੀ ਕਰਦੇ ਰਹਿਣਾ, ਸੜਦੇ ਹੀ ਰਹਿਣਾ, ਰੋਂਦੇ ਰਹਿਣਾ, ਕਚੀਚੀਆਂ ਵੱਢਦੇ ਰਹਿਣਾ, ਪਰ ਉੱਥੋਂ ਨਿਜਾਤ ਮਿਲਣ ਵਾਲੀ ਨਹੀਂ। ਇਹ ਕਿਉਂ ਇੰਨੀ ਭਿਆਨਕ ਸਜ਼ਾ ਕਿਉਂ? ਕਿਉਂਕਿ ਪਰਮੇਸ਼ਰ ਨੇ ਸਭ ਕੁਝ ਮੁਹੱਈਆ ਵੀ ਕਰਕੇ ਦਿੱਤਾ, ਇੱਕ ਇੱਕ ਚੀਜ਼ ਸਾਡੇ ਲਈ ਕੀਤੀ, ਇੱਕ ਇੱਕ ਕੰਮ ਸਾਨੂੰ ਕਰਕੇ ਦਿੱਤਾ, ਔਰ ਇੱਕ ਇੱਕ ਗੱਲ ਦਾ ਤਰੀਕਾ ਸਮਝਾ ਰਿਹਾ, ਸਿਖਾ ਰਿਹਾ, ਪੜ੍ਹਾ ਰਿਹਾ, ਪ੍ਰਚਾਰ ਦੇ ਦੁਆਰਾ, ਕਿਸੇ ਵੀ ਤਰੀਕੇ ਦੇ ਦੁਆਰਾ ਇੱਕ ਇੱਕ ਗੱਲਾਂ ਦਾ ਭੇਤ ਸਾਡੇ ਉੱਤੇ ਕੀ ਕਰ ਰਿਹਾ, ਉਹ ਪ੍ਰਗਟ ਕਰ ਰਿਹਾ। ਜੇ ਤਾਂ ਵੀ ਨਾ ਸਮਝੇ ਤੇ ਫਿਰ ਤੁਸੀਂ ਫਿਰ ਨਰਕ ਦੀ ਅੱਗ ਵਾਸਤੇ ਡਿਜ਼ਰਵ ਕਰਦੇ ਹੀ ਆ ਨਾ। ਇਹੀ ਸਜ਼ਾ ਹੋਣੀ ਚਾਹੀਦੀ ਹੈ। ਤਾਂ ਪਰਮੇਸ਼ਰ ਦਾ ਵਚਨ ਕਹਿੰਦਾ, ਹੁਣ ਤੋਂ ਤੇਰੀਆਂ ਸਾਰੀਆਂ ਪ੍ਰਾਰਥਨਾਵਾਂ ਕਿਸ ਤਰ੍ਹਾਂ, ਸਾਰੀਆਂ ਪ੍ਰਾਰਥਨਾਵਾਂ ਵੀ ਤੇ ਸਾਰੀਆਂ ਬੇਨਤੀਆਂ ਵੀ। ਹੁਣ ਦੋ ਚੀਜ਼ਾਂ ਕਰਦੇ ਆ। ਨੰਬਰ 1, ਅਸੀਂ ਪ੍ਰਾਰਥਨਾ ਕਰਦੇ, ਪ੍ਰਾਰਥਨਾ 'ਚ ਸਤੁਤੀ ਹੁੰਦੀ ਆ, ਪ੍ਰਾਰਥਨਾ 'ਚ ਆਰਾਧਨਾ ਹੁੰਦੀ ਆ। ਫਿਰ ਦੂਸਰਾ, ਬੇਨਤੀ ਕਰਦੇ ਆ ਕਿਸੇ ਚੀਜ਼ ਵਾਸਤੇ। ਕਿਸੇ ਮੁਸ਼ਕਲ ਦੇ ਸਮੇਂ ਅਸੀਂ ਪਰਮੇਸ਼ਰ ਅੱਗੇ ਬੇਨਤੀ ਕਰਦੇ ਆ, ਕਿਸੇ ਸਮੱਸਿਆ ਸਮੇਂ ਅਸੀਂ ਪਰਮੇਸ਼ਰ ਅੱਗੇ ਬੇਨਤੀ ਕਰਦੇ ਆ, ਬਿਮਾਰੀ ਦੇ ਸਮੇਂ ਅਸੀਂ ਪਰਮੇਸ਼ਰ ਅੱਗੇ ਕੀ ਕਰਦੇ ਆ। ਹੁਣ ਇਹ ਵੀ ਸਭ ਸਰੀਰਕ ਔਰ ਪ੍ਰਾਣਿਕ ਨਾ ਰਹਿ ਕੇ ਕਿਸ ਤਰ੍ਹਾਂ ਦੀਆਂ ਹੋ ਜਾਣ, ਇਹ ਪ੍ਰਾਰਥਨਾਵਾਂ ਔਰ ਬੇਨਤੀਆਂ ਆਤਮਿਕ ਤੌਰ 'ਚ ਤਬਦੀਲ ਹੋ ਜਾਣ। ਇਹ ਪਰਮੇਸ਼ਰ ਦਾ ਵਚਨ ਕਹਿਣਾ ਚਾਹੁੰਦਾ। ਹਾਲੇਲੂਇਆ। तो आइए पढ़ते हैं जी, असी प्रार्थना किस तरह कर सकते हैं। आइए एक वचन पढ़ते हैं, लूका दी इंजील 18 बाप ਉਹਦਾ 1 ਤੋਂ ਲੈ ਕੇ 8 ਤੱਕ, कि लगातार प्रार्थना किस तरह कर सकते हैं ਅਸੀਂ। ਉਸਨੇ ਉਹਨਾਂ ਨੂੰ ਇਸ ਮਤਲਬ ਦਾ ਇੱਕ ਦ੍ਰਿਸ਼ਟਾਂਤ ਦਿੱਤਾ, ਹਾਂ, ਜੋ ਸਦਾ ਪ੍ਰਾਰਥਨਾ ਵਿੱਚ ਲੱਗਿਆ ਰਹਿਣਾ। ਹਾਂ, ਹੁਣ ਜਦੋਂ ਅਸੀਂ ਇਫਸੀਆਂ 6 ਦੀ 18 ਪੜ੍ਹਦੇ ਲਿਖਿਆ, ਹੁਣ ਸਾਰੀ ਪ੍ਰਾਰਥਨਾ ਅਤੇ ਬੇਨਤੀ ਵਿੱਚ ਹਰ ਸਮੇਂ ਆਤਮਾ 'ਚ ਤੇ ਪ੍ਰਾਰਥਨਾ ਕਰਨੀ, ਪਰ ਕਿਦੋਂ, ਹਰ ਸਮੇਂ ਵੀ ਲਿਖਿਆ। ਇੱਕ ਵਾਰ ਪੜ੍ਹ ਦਈਏ ਜਰਾ ਦੁਬਾਰਾ। ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਹਰ ਸਮੇਂ ਆਤਮਾ ਵਿੱਚ ਕੀ ਕਰਦੇ ਰਹੋ, ਪ੍ਰਾਰਥਨਾ ਕਰਦੇ ਰਹੋ। तो आइए पढ़ते हैं लूका दी इंजील 18 ਦੀ 1 ਤੋਂ ਲੈ ਕੇ 8 ਤੱਕ। ਉਸਨੇ ਉਹਨਾਂ ਨੂੰ ਇਸ ਮਤਲਬ ਦਾ ਇੱਕ ਦ੍ਰਿਸ਼ਟਾਂਤ ਦਿੱਤਾ। ਹਾਂ, ਕਹਿੰਦੇ ਪ੍ਰਭੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਇਸ ਮਤਲਬ 'ਚ ਸਮਝਾਇਆ। ਹਾਂ, ਜੋ ਸਦਾ ਪ੍ਰਾਰਥਨਾ ਵਿੱਚ ਲੱਗਿਆ ਰਹਿਣਾ, ਹਾਂ, ਅਤੇ ਸੁਸਤੀ ਨਹੀਂ ਕਰਨੀ ਚਾਹੀਦੀ। ਔਰ ਸਦਾ ਪ੍ਰਾਰਥਨਾ ਵਿੱਚ ਲੱਗੇ ਰਹਿਣਾ ਚਾਹੀਦਾ, ਔਰ ਸੁਸਤੀ ਨਹੀਂ ਕਰਨੀ। ਹਾਂ, ਕਿ ਕਿਸੇ ਨਗਰ ਵਿੱਚ ਇੱਕ ਹਾਕਮ ਸੀ। ਫਿਰ ਇੱਕ ਉਹਨੇ ਉਦਾਹਰਨ ਦਿੱਤੀ, ਇੱਕ ਦ੍ਰਿਸ਼ਟਾਂਤ ਦੇ ਰਿਹਾ। ਕਹਿੰਦੇ ਕਿ ਇੱਕ ਨਗਰ ਦੇ ਵਿੱਚ ਇੱਕ ਹਾਕਮ ਸੀ। ਹਾਂ, ਜਿਹਨੂੰ ਨਾ ਪਰਮੇਸ਼ਰ ਦਾ ਭੈ, ਜਿਹਨੂੰ ਨਾ ਤੇ ਪਰਮੇਸ਼ਰ ਦਾ ਡਰ ਸੀ, ਨਾ ਮਨੁੱਖ ਦੀ ਪਰਵਾਹ ਤੇ ਸੀ, ਨਾ ਹੀ ਮਨੁੱਖਾਂ ਦੀ ਕੋਈ ਪਰਵਾਹ ਸੀ। ਇੰਨਾ ਘਮੰਡੀ ਸੀ ਉਹ। ਹਾਂ, ਔਰ ਉਸੇ ਨਗਰ ਵਿੱਚ ਇੱਕ ਵਿਧਵਾ ਸੀ, ਔਰ ਉਸ ਨਗਰ ਦੇ ਵਿੱਚ ਇੱਕ ਵਿਧਵਾ ਔਰਤ ਰਹਿੰਦੀ ਸੀ। ਹਾਂ, ਅਤੇ ਉਹ ਉਸਦੇ ਕੋਲ ਇਹ ਕਹਿੰਦੀ ਆਉਂਦੀ ਸੀ, ਉਹ ਬਾਰ-ਬਾਰ ਉਹਦੇ ਅੱਗੇ ਇੱਕ ਬੇਨਤੀ ਕਰਦੀ ਹੁੰਦੀ ਸੀ। ਹਾਂ, ਜੋ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦੇ। ਮੇਰੇ ਵੈਰੀ ਤੋਂ ਜਾਂ ਮੇਰਾ ਕੋਈ ਮਸਲਾ ਆ, ਮੇਰਾ ਕੋਈ ਮੁਕੱਦਮਾ ਆ, ਉਹ ਲੜ ਦੇ, ਉਹ ਬਦਲਾ ਲੈ ਦੇ ਮੇਰਾ। ਹਾਂ, ਕਿੰਨਾ ਕੁ ਚਿਰ ਤਾਂ ਉਹਨੇ ਨਾ ਚਾਹਿਆ, ਕਿੰਨਾ ਚਿਰ ਤੱਕ ਉਹਨੇ ਉਹਦੀ ਸੁਣੀ ਨਹੀਂ, ਉਸ ਹਾਕਮ ਨੇ ਉਹਦੀ ਸੁਣੀ ਨਹੀਂ। ਹਾਂ, ਪਰ ਪਿੱਛੋਂ ਆਪਣੇ ਮਨ ਵਿੱਚ ਕਿਹਾ, ਪਰ ਪਿੱਛੋਂ ਬਾਅਦ ਚ ਜਦੋਂ ਬਾਰ-ਬਾਰ ਔਰਤ ਉਹਦੇ ਕੋਲ ਆਉਂਦੀ ਸੀ, ਆਪਣੇ ਮਨ ਦੇ ਵਿੱਚ ਇਹ ਸੋਚਿਆ, ਹਾਂ, ਕਿ ਭਾਵੇਂ ਮੈਂ ਨਾ ਪਰਮੇਸ਼ਰ ਦਾ ਭੈ ਕਰਦਾ, ਉਹ ਕੀ ਸੋਚ ਰਿਹਾ, ਕਹਿੰਦਾ ਨਾ ਤੇ ਮੈਂ ਪਰਮੇਸ਼ਰ ਕੋਲੋਂ ਡਰਦਾ ਹਾਂ, ਨਾ ਮਨੁੱਖ ਦੀ ਪਰਵਾਹ ਰੱਖਦਾ, ਨਾ ਕਿਸੇ ਮਨੁੱਖਾਂ ਦੀ ਪਰਵਾਹ ਕਰਦਾ ਹਾਂ। ਤਾਂ ਵੀ ਇਸ ਲਈ ਮੈਂ ਜੋ ਇਹ ਵਿਧਵਾ ਮੈਨੂੰ ਜਿੱਚ ਕਰਦੀ ਹੈ, ਕਹਿੰਦਾ ਇਸ ਲਈ ਜੋ ਇਹ ਵਿਧਵਾ ਬਾਰ-ਬਾਰ ਆਣ ਕੇ ਮੈਨੂੰ ਬਾਰ-ਬਾਰ ਆ ਕੇ ਮੇਰੇ ਸਾਹਮਣੇ ਬੇਨਤੀ ਕਰਦੀ ਆ, ਹਾਂ, ਮੈਂ ਉਹਦਾ ਬਦਲਾ ਲੈ ਦਿਆਂਗਾ। ਮੈਂ ਉਹਦਾ ਬਦਲਾ ਲੈ ਦਿਆਂਗਾ। ਹੁਣ ਆਤਮਿਕ ਜੀਵਨ ਦੇ ਵਿੱਚ ਸ਼ੈਤਾਨ ਤੁਹਾਨੂੰ ਬੜੇ ਤਰੀਕੇ ਦੇ ਨਾਲ ਪਰੇਸ਼ਾਨ ਕਰਨ ਦੇ ਲਈ ਔਰ ਪਿੱਛੇ ਲੈ ਕੇ ਜਾਣ ਦੇ ਲਈ ਔਰ ਹਰਾਉਣ ਦੇ ਲਈ ਆਵੇਗਾ। ਇਹਦੇ ਵਾਸਤੇ ਆਤਮਿਕ ਸ਼ਸਤਰ ਬਸਤਰ ਤਾਂ ਤੁਸੀਂ ਪਹਿਨ ਲਏ ਨੇ, ਪਰ ਸਭ ਤੋਂ ਵੱਧ ਕੇ ਉਸ ਸੁਪਰੀਮ ਪਾਵਰ ਦੀ, ਪਰਮੇਸ਼ਰ ਦੀ ਮਦਦ ਦੀ ਵੀ ਤੁਹਾਨੂੰ ਕੀ ਆ, ਜ਼ਰੂਰਤ ਆ। ਕਿਉਂਕਿ ਵਚਨ ਕਹਿੰਦਾ ਉਹਦੇ ਤੋਂ ਅਲੱਗ ਹੋ ਕੇ ਤੁਸੀਂ ਕੁਝ ਵੀ ਕਰ ਨਹੀਂ ਸਕਦੇ। ਇਸ ਕਰਕੇ ਇਸ ਆਤਮਿਕ ਲੜਾਈ 'ਚ ਬੜੇ ਪੜਾਅ ਆਉਣਗੇ,
ਬੜੇ ਤਰ੍ਹਾਂ ਦੀਆਂ ਮੁਸ਼ਕਲਾਂ ਆਉਣਗੀਆਂ, ਪਰ ਦਿਲ ਨਹੀਂ ਛੱਡਣਾ, ਹਾਰਨਾ ਨਹੀਂ, ਮਾਯੂਸ ਨਹੀਂ ਹੋਣਾ, ਹਾਰ ਨਹੀਂ ਮੰਨਣੀ, ਲਗਾਤਾਰ ਬੇਨਤੀ ਕਰਦੇ ਰਹਿਣਾ। ਜਿਸ ਤਰ੍ਹਾਂ ਇਸ ਔਰਤ ਨੇ ਲਗਾਤਾਰ ਕੀ ਕੀਤੀ ਆ, ਬੇਨਤੀ ਕੀਤੀ, ਤੇ ਇੱਕ ਦਿਨ ਉਹ ਜਿਹੜਾ ਬੁਰਾ ਹਾਕਮ ਸੀ, ਜਿਹੜਾ ਕਿ ਪਰਮੇਸ਼ਰ ਦਾ ਕੀ ਨਹੀਂ ਸੀ ਰੱਖਦਾ, ਡਰ ਨਹੀਂ ਸੀ ਰੱਖਦਾ, ਨਾ ਮਨੁੱਖਾਂ ਦੀ ਕੀ ਕਰਦਾ ਸੀ, ਪਰ ਤਾਂ ਵੀ ਉਹਨੇ ਉਹਦੀ ਬਾਰ-ਬਾਰ ਬੇਨਤੀ ਕਰਦੇ ਰਹਿਣ ਦੀ ਆਦਤ ਦੇ ਕਾਰਨ, ਲਗਾਤਾਰ ਬੇਨਤੀ ਕਰਦੀ ਰਹਿਣ ਦੇ ਕਾਰਨ ਇੱਕ ਦਿਨ ਉਹਨੇ ਮਨ ਬਣਾਇਆ ਕਿ ਮੈਂ ਇਹਦੀ ਕੀ ਕਰ ਲਵਾਂਗਾ, ਸੁਣਾਂਗਾ। ਹਾਂਜੀ, ਅੱਗੇ ਪੜ੍ਹੀਏ। ਤਾਂ ਵੀ ਇਹ ਜੋ ਵਿਧਵਾ ਮੈਨੂੰ ਜਿੱਚ ਕਰਦੀ ਹੈ, ਮੈਂ ਉਹਦਾ ਬਦਲਾ ਲਿਆ ਦਿਆਂਗਾ। ਹਾਂ, ਅਜਿਹਾ ਨਾ ਹੋਵੇ ਜੋ ਉਹ ਮੈਨੂੰ ਘੜੀ ਮੁੜੀ ਆਣ ਕੇ ਮੇਰਾ ਸਿਰ ਖਾਵੇ। ਅਜਿਹਾ ਨਾ ਹੋਵੇ, ਕਹਿੰਦਾ ਕਿ ਉਹ ਘੜੀ ਮੁੜੀ ਆ ਕੇ ਮੇਰਾ ਕੀ ਕਰੇ, ਸਿਰ ਖਾਵੇ। ਹਾਂ, ਪ੍ਰਭੂ ਨੇ ਆਖਿਆ, ਸੁਣੋ ਕਿ ਇਹ ਬੇਇਨਸਾਫ ਹਾਕਮ ਕੀ ਕਹਿੰਦਾ ਪ੍ਰਭੂ ਹੈ। ਇਹ ਗੱਲ ਕਹਿੰਦਾ, ਸੁਣੋ ਨਾ, ਇਹ ਬੇਇਨਸਾਫ ਹਾਕਮ ਕੀ ਕਹਿ ਰਿਹਾ। ਹਾਂ, ਫਿਰ ਭਲਾ ਪਰਮੇਸ਼ਰ ਆਪਣੇ ਚੁਣਿਆ ਹੋਇਆਂ ਦਾ ਬਦਲਾ ਲੈ ਨਾ ਦੇਵੇਗਾ। ਹਾਲੇਲੂਇਆ। ਕਹਿੰਦਾ ਜਦੋਂ ਤੁਸੀਂ ਆਤਮਾ 'ਚ ਮੇਰੇ ਅੱਗੇ ਬੇਨਤੀ ਕਰੋਗੇ ਕਿ ਮੈਂ ਤੁਹਾਡਾ ਬਦਲਾ ਨਹੀਂ ਲਵਾਂਗਾ, ਬਦਲਾ ਨਹੀਂ ਲਵਾਂਗਾ ਕਹਿਣ ਤੋਂ ਮਤਲਬ ਕਿ ਮੈਂ ਤੁਹਾਨੂੰ ਸ਼ੈਤਾਨ ਦੇ ਸਾਹਮਣੇ ਖੜੇ ਹੋਣ ਦੀ ਤਾਕਤ ਨਹੀਂ ਦੇਵਾਂਗਾ, ਮੈਂ ਤੁਹਾਡੀ ਲੜਾਈ ਲੜ ਕੇ ਨਹੀਂ ਦੇਵਾਂਗਾ, ਮੈਂ ਤੁਹਾਡੀ ਅਗਵਾਈ ਕਰਾਂਗਾ। ਇਸ ਕਰਕੇ ਤੁਹਾਡਾ ਕੰਮ ਹੈ ਆਤਮਾ ਦੇ ਵਿੱਚ ਲਗਾਤਾਰ ਕੀ ਕਰਦੇ ਰਹੋ। ਹਥਿਆਰ ਪਾ ਕੇ ਵੇਲੇ ਫਿਰਨ ਦਾ ਕੋਈ ਮਤਲਬ ਨਹੀਂ ਬਣਦਾ। ਹਥਿਆਰ ਪਹਿਨ ਲੈ, ਹਥਿਆਰ ਫੜ ਲੈ, ਵੇਲੇ ਇਧਰ ਉਧਰ ਆਤਮਿਕ ਹਥਿਆਰ ਪਾ ਕੇ ਇਧਰ ਉਧਰ ਜਾਣ ਦਾ ਕੋਈ ਮਤਲਬ ਨਹੀਂ। ਸ਼ੈਤਾਨ ਨੂੰ ਵੀ ਪਤਾ ਲੱਗੇ ਤੁਸੀਂ ਆਪਣੇ ਸਿਰਜਣਹਾਰ ਦੇ ਸਾਹਮਣੇ ਲਗਾਤਾਰ ਬੇਨਤੀ ਕਰਦੇ ਰਹਿੰਦੇ ਹੋ। ਹਥਿਆਰ ਪਹਿਨ ਕੇ ਵੀ ਤੁਸੀਂ ਉਸ ਸਿਰਜਣਹਾਰ ਤੇ ਵਿਸ਼ਵਾਸ ਕਰਦੇ ਹੋ। ਪਰਮੇਸ਼ਰ ਇਸ ਹਾਲਾਤ 'ਚ ਤੁਹਾਨੂੰ ਦੇਖਣਾ ਚਾਹੁੰਦਾ। ਇਹਦੇ ਵਾਸਤੇ ਜ਼ਬੂਰ 'ਚ ਪਰਮੇਸ਼ਰ ਦਾਸ ਦਾਊਦ ਕੀ ਲਿਖਦਾ, ਜ਼ਬੂਰ 119 ਔਰ ਉਹਦਾ 164 ਵਚਨ ਪੜ੍ਹੀਏ। ਤੇਰੇ ਧਰਮ ਦੇ ਨਿਆਵਾਂ ਦੇ ਕਾਰਨ, ਕਹਿੰਦਾ ਤੇਰੇ ਧਰਮ ਦੇ ਨਿਆਵਾਂ ਦੇ ਕਾਰਨ ਮੈਂ ਦਿਨ ਵਿੱਚ 7 ਵਾਰ ਤੇਰੀ ਉਸਤਤ ਕਰਦਾ ਹਾਂ। ਕਹਿੰਦਾ ਮੈਂ ਦਿਨ ਵਿੱਚ ਕਿੰਨੀ ਵਾਰ ਤੇਰੀ ਉਸਤਤ ਕਰਦਾ ਹਾਂ। ਦਾਊਦ ਦਿਨ ਦੇ ਵਿੱਚ 7 ਵਾਰ ਕੀ ਕਰਦਾ ਸੀ, ਪ੍ਰਾਰਥਨਾ ਕਰਦਾ ਸੀ। 7 ਵਾਰ ਪਰਮੇਸ਼ਰ ਦੇ ਅੱਗੇ ਬੇਨਤੀ ਕਰਦਾ ਸੀ, 7 ਵਾਰ ਪਰਮੇਸ਼ਰ ਦੇ ਸਾਹਮਣੇ ਝੁਕਦਾ ਸੀ ਉਹ। ਇਸ ਕਰਕੇ ਹੁਣ ਸਾਨੂੰ ਕਹਿੰਦਾ ਪਰਮੇਸ਼ਰ ਦਾ ਆਤਮਾ ਹੁਣ ਨਵੇਂ ਨੇਮ ਸਾਨੂੰ ਕਹਿੰਦਾ ਜਾਗਦੇ ਰਹੋ ਤੇ ਪ੍ਰਾਰਥਨਾ ਕਰਦੇ ਰਹੋ, ਕਿਤੇ ਪਰਤਾਵੇ ਵਿੱਚ ਕੀ ਨਾ ਕਰਿਓ, ਨਾ ਪੈ ਜਾਓ। ਪ੍ਰਾਰਥਨਾ ਕਰਦੇ ਰਹੀਏ, ਜਾਗਦੇ ਰਹੀਏ। ਇਹ ਲਗਾਤਾਰ ਪ੍ਰਾਰਥਨਾ ਕਰਦੇ ਮਤਲਬ ਹਰ ਸਮੇਂ ਪ੍ਰਾਰਥਨਾ ਕਰਦੇ ਰਹਿਣ ਦਾ ਜੀਵਨ ਨਹੀਂ ਆ। ਪਰਮੇਸ਼ਰ ਦੇ ਨਾਲ ਲਗਾਤਾਰ ਕੰਟੈਕਟ 'ਚ ਰਹਿਣਾ। ਜਾਗਦੇ, ਉੱਠਦੇ, ਬਹਿੰਦੇ, ਸੌਂਦੇ, ਵਚਨ ਲਿਖਿਆ ਨਾ, ਜਦੋਂ ਅਸੀਂ ਪੜ੍ਹਦੇ ਹਾਂ ਬਿਸਤਾ ਸਰ ਕਹਿੰਦਾ ਤੁਸੀਂ ਆਪਣੇ ਘਰ ਬੈਠੇ, ਰਾਹ ਚੱਲਦੇ, ਲੰਮੇ ਪਏ ਤੇ ਉੱਠਦੇ ਹੋਏ ਇਹਨਾਂ ਗੱਲਾਂ ਦਾ ਚਰਚਾ ਕਰਕੇ ਆਪਣੇ ਬੱਚਿਆਂ ਨੂੰ ਕੀ ਕਰੋ। ਜਦੋਂ ਅਸੀਂ ਇਹਨਾਂ ਗੱਲਾਂ ਦਾ ਚਰਚਾ ਕਰਕੇ ਬੱਚਿਆਂ ਨੂੰ ਸਿਖਾ ਰਹੇ ਹਾਂ ਤੇ ਖੁਦ ਵੀ ਸਿੱਖ ਰਹੇ ਹਾਂ, ਕਿਉਂਕਿ ਵਚਨ ਦੋ ਧਾਰੀ ਕੀ ਆ, ਤਲਵਾਰ। ਇਸ ਕਰਕੇ ਵਚਨ ਤੇ ਵੀ ਹਮੇਸ਼ਾ ਖੜੇ ਰਹੋ ਔਰ ਹਰ ਸਮੇਂ ਪ੍ਰਾਰਥਨਾ ਦੇ ਵਿੱਚ ਬੇਨਤੀ ਕਰਦੇ ਰਹੋ, ਜਾਗਦੇ ਰਹੋ, ਤਾਂ ਕਿ ਸ਼ੈਤਾਨ ਕਿਤੇ ਤੁਹਾਡੇ ਤੇ ਕੀ ਨਾ ਕਰ ਦੇਵੇ। ਤੁਸੀਂ ਤਿਆਰ ਹੋਏ ਹੋ, ਵਚਨ ਕਹਿੰਦਾ ਨਾ, ਇਹ ਨਾ ਹੋਏ ਕਿ ਕੋਈ ਆਪਣੇ ਆਪ ਨੂੰ ਕੋਈ ਖਲੋਤਾ ਹੋਇਆ ਕੀ ਕਰੇ ਕਿ ਹਾਂ ਮੈਂ ਸ਼ਸਤਰ ਬਸਤਰ ਪਹਿਨ ਲੈ ਹੁਣ ਮੈਂ ਕੀ ਹਾਂ, ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ। ਖਲੋਤਾ ਹੋਇਆ ਨਹੀਂ ਸਮਝਣਾ। ਤੁਹਾਨੂੰ ਸ਼ੈਤਾਨ ਖਲੋਤਾ ਹੋਇਆ ਨਾ ਵੇਖੇ, ਤੁਹਾਨੂੰ ਸ਼ੈਤਾਨ ਪਰਮੇਸ਼ਰ ਸਾਹਮਣੇ ਘੁਟਨਾ ਟੇਕੇ ਹੋਇਆ ਵੇਖੇ, ਫਿਰ ਸ਼ੈਤਾਨ ਦਾ ਕੋਈ ਬਸ ਨਹੀਂ ਚੱਲੇਗਾ। ਇਹ ਲਗਾਤਾਰ ਪ੍ਰਾਰਥਨਾ ਕਰਦੇ ਰਹਿਣ ਦਾ ਅਸਰ। तो अगे पढ़ते हैं कि बेनती की है जी। फिलिपियां दी पत्री 4 बाब ਉਹਦਾ 6 वचन। फिलिपियां दी पत्री 4 बाब 6 वचन। ਕਿਸੇ ਗੱਲ ਦੀ ਚਿੰਤਾ ਨਾ ਕਰੋ, ਕਿਸੇ ਵੀ ਗੱਲ ਦੀ ਕੀ ਨਾ ਕਰੋ, ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ, ਪ੍ਰਾਰਥਨਾਵਾਂ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ਰ ਦੇ ਅੱਗੇ ਕੀਤੀਆਂ ਜਾਣ। ਹਰ ਸਮੇਂ ਤੁਹਾਡੀਆਂ ਪ੍ਰਾਰਥਨਾਵਾਂ ਔਰ ਅਰਦਾਸਾਂ ਬੇਨਤੀ ਸਣੇ ਧੰਨਵਾਦ ਦੇ ਨਾਲ ਪਰਮੇਸ਼ਰ ਅੱਗੇ ਕੀ ਕੀਤੀਆਂ ਜਾਣ। ਹੁਣ ਇਹਦੇ ਵਾਸਤੇ ਇੱਕ ਵਚਨ ਪੜ੍ਹਦੇ ਹਾਂ ਜੀ, ਲੂਕਾ ਦੀ ਇੰਜੀਲ 21 ਬਾਬ ਉਹਦਾ 36 ਵਚਨ। ਇਹ ਫਿਲਿਪੀਆਂ ਦੀ ਪੱਤਰੀ 4 ਬਾਬ 6 ਕੀ ਕਹਿੰਦਾ ਕਿ ਸਾਡੀ ਜਿਹੜੀ ਰਿਕੁਐਸਟ ਹੈ ਸਪੈਸ਼ਲ ਪਰਮੇਸ਼ਰ ਦੇ ਸਾਹਮਣੇ ਹੋਵੇ ਔਰ ਆਤਮਿਕ ਤੌਰ ਤੇ ਹੋਵੇ। ਉਹ ਅੱਗੇ ਜਾ ਕੇ ਦੱਸਾਂਗਾ ਮੈਂ ਕਿਸ ਤਰ੍ਹਾਂ ਆਤਮਿਕ ਤੌਰ ਤੇ ਹੋਏਗਾ। ਹਾਂਜੀ, ਲੂਕਾ 21 ਦੀ 36। ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ। ਹੁਣ ਕਹਿੰਦਾ ਬੇਨਤੀ ਕਰਦੇ ਕੀ ਕਰਨਾ ਵਾ, ਹਰ ਸਮੇਂ ਜਾਗਦੇ ਵੀ ਰਹਿਣਾ ਆ। ਹਾਂ, ਭਈ ਤੁਸੀਂ ਉਹਨਾਂ ਸਭਨਾ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ। ਫੇਰ ਕਹਿੰਦਾ ਜੋ ਤੁਹਾਨੂੰ ਆਤਮਿਕ ਜੀਵਨ ਚ ਦਿਖ ਰਿਹਾ, ਤੁਸੀਂ ਹੁਣ ਆਤਮਿਕ ਲੜਾਈ ਚ ਹੋ। ਆਤਮਿਕ ਲੜਾਈ ਚ ਤੁਹਾਨੂੰ ਪਤਾ ਸ਼ੈਤਾਨ ਹਮਲਾ ਕਰੇਗਾ, ਸ਼ੈਤਾਨ ਤੁਹਾਡੇ ਤੇ ਵਾਰ ਕਰੇਗਾ, ਪੂਰਾ ਜ਼ੋਰ ਲਗਾਏਗਾ।
ਇਸ ਕਰਕੇ ਪਰਮੇਸ਼ਰ ਦਾ ਵਚਨ ਕਹਿੰਦਾ ਬੇਨਤੀ ਕਰਦੇ ਸਮੇਂ ਕੀ ਕਰੋ, ਯਾਗਦੇ ਰਹੋ ਕਿ ਉਹ ਗੱਲਾਂ ਜਿਹੜੀਆਂ ਕੀ ਨੇ, ਹੋਣ ਵਾਲੀਆਂ ਨੇ, ਹਾਂ ਜਿਹੜੀਆਂ ਗੱਲਾਂ ਹੋਣ ਵਾਲੀਆਂ ਹਨ ਬਚ ਸਕੋ, ਉਹਨਾਂ ਤੋਂ ਕੀ ਕਰ ਸਕੋ। ਸਾਡੇ ਜੀਵਨ ਸਭ ਤੋਂ ਵੱਡੀ ਗੱਲ ਕਿਹੜੀ ਹੈ ਜਿੱਤੋਂ ਅਸੀਂ ਡਰਦੇ ਹਾਂ? ਪਰਤਾਵਾ। ਸਾਡੇ ਜੀਵਨ 'ਚ ਸਭ ਤੋਂ ਵੱਡੀ ਗੱਲ ਕਿਹੜੀ ਹੈ ਜਿੱਤੋਂ ਅਸੀਂ ਡਰਦੇ ਹਾਂ? ਸ਼ੈਤਾਨ ਤੋਂ ਹਾਰੇ ਨਾ ਜਾਈਏ। ਕਿਹੜੀ ਗੱਲ ਹੈ ਜਿੱਤੋਂ ਸਭ ਤੋਂ ਵੱਧ ਡਰਨਾ? ਦੁਬਾਰਾ ਪਾਪ 'ਚ ਨਾ ਡਿੱਗ ਜਾਈਏ। ਸ਼ੈਤਾਨ ਸਾਨੂੰ ਦੁਬਾਰਾ ਕੀ ਨਾ ਕਰੇ, ਪਾਪਮਈ ਜੀਵਨ 'ਚ ਖਿੱਚ ਕੇ ਨਾ ਲੈ ਜਾਵੇ। ਇਹ ਗੱਲ ਪਤਾ, ਜੇਕਰ ਅਸੀਂ ਜਾਗਦੇ ਨਹੀਂ ਰਹੇ ਤਾਂ ਇਹ ਅੰਜਾਮ ਸਾਡੇ ਨਾਲ ਹੋਣ ਵਾਲਾ ਆ। ਇਸ ਕਾਰਨ ਹਰ ਸਮੇਂ ਬੇਨਤੀ ਕਰਦੇ ਸਮੇਂ ਜਾਗਦੇ ਰਹੋ, ਜਾਗ ਕੇ ਬੇਨਤੀ ਕਰੋ। ਤੁਹਾਨੂੰ ਸਮਝ ਹੋਵੇ, ਤੁਹਾਨੂੰ ਸੁਰਤ ਹੋਵੇ ਤੁਸੀਂ ਕੀ ਕਰ ਰਹੇ ਹੋ। ਚੇਲਿਆਂ ਨੂੰ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੇਰੇ ਨਾਲ ਚਲੋ ਪ੍ਰਾਰਥਨਾ ਕਰਦੇ ਆ, ਬਾਕੀਆਂ ਨੂੰ ਛੱਡ ਕੇ ਤਿੰਨਾਂ ਜਾਣਿਆਂ ਨੂੰ ਨਾਲ ਲੈ ਗਏ। ਖੁਦ ਥੋੜੀ ਜਿਹੀ ਦੂਰ ਜਾ ਕੇ ਪ੍ਰਾਰਥਨਾ ਕਰਨ ਲੱਗ ਪਏ ਗਤਸਮਨੀ ਦੇ ਵਿੱਚ, ਔਰ ਲਿਖਿਆ 3 ਚੇਲੇ ਜਿਹੜੇ ਸੀ ਉਹ ਬੈਠ ਕੇ ਕੀ ਕਰਨ ਲੱਗ ਪਏ? ਯਿਸੂ ਨੇ ਕਿਹਾ ਕੀ ਕਰੋ ਮੇਰੇ ਨਾਲ, ਪਰ ਕੀ ਕਰਨ ਲੱਗ ਪਏ? ਤਿੰਨ ਜਗ੍ਹਾ 3 ਬਿਆਨ ਇਸ ਜਗ੍ਹਾ ਤੇ ਐਸੇ ਸੁੱਤੇ ਨੇ, ਉਹਨਾਂ ਦੀ ਅੱਖਾਂ ਕੀ ਨਹੀਂ ਹੋ ਰਹੀਆਂ। ਪਰਮੇਸ਼ਰ ਨੇ ਆ ਕੇ ਕਹਿਤਾ ਹੁਣ ਤੁਸੀਂ ਸੁੱਤੇ ਰਹੋ, ਜਿਹੜਾ ਕੰਮ ਹੋਣਾ ਸੀ ਉਹ ਕੀ ਹੋ ਗਿਆ? ਹੋ ਗਿਆ। ਇਸ ਕਰਕੇ ਹਮੇਸ਼ਾ ਸਾਨੂੰ ਸੁਰਤ ਹੋਵੇ ਅਸੀਂ ਕੀ ਪ੍ਰਾਰਥਨਾ ਕਰ ਰਹੇ ਹਾਂ ਤੇ ਕਿਹੜੀ ਚੀਜ਼ ਲਈ ਬੇਨਤੀ ਕੀਤੀ, ਉਹਦੇ ਲਈ ਜਾਗਦੇ ਰਹਿਣਾ ਕਿ ਜਿਸ ਚੀਜ਼ ਲਈ ਬੇਨਤੀ ਕੀਤੀ ਹੈ, ਜਿਸ ਚੀਜ਼ ਲਈ ਮੈਂ ਰਿਕੁਐਸਟ ਕੀਤੀ ਆ, ਉਸ ਚੀਜ਼ ਦੇ ਲਈ ਹੁਣ ਮੈਂ ਖੜਾ ਰਵਾਂ। ਪਰਮੇਸ਼ਰ ਇਸ ਆਤਮਿਕ ਲੜਾਈ 'ਚ ਮੇਰੀ ਕੀ ਕਰੇਗਾ? ਮਦਦ ਕਰੇਗਾ। ਹੁਣ ਇਹਦੀ ਇੱਕ ਉਦਾਹਰਨ ਮਿਲਦੀ ਸਾਨੂੰ ਦਾਨੀਏਲ ਦੀ ਕਿਤਾਬ ਵਿੱਚ। ਦਾਨੀਏਲ 3 ਬਾਬ ਉਹਦਾ 10 ਵਚਨ ਪੜ੍ਹੀਏ। ਜਦੋਂ ਦਾਨੀਏਲ ਨੂੰ ਸ਼ੇਰਾਂ ਦੇ ਘੁਰਨੇ ਦੇ ਵਿੱਚ ਪਾਉਣ ਦੀ ਪੂਰੀ ਤਿਆਰੀ ਹੋ ਗਈ, ਉਹਨੂੰ ਆਪਣੇ ਜੀਵਨ 'ਚ ਆਉਣ ਵਾਲੀਆਂ ਗੱਲਾਂ ਦਾ ਪਤਾ ਲੱਗ ਗਿਆ ਕਿ ਥੋੜੀ ਦੇਰ ਬਾਅਦ ਸ਼ੈਤਾਨ ਮੈਨੂੰ ਸ਼ੇਰਾਂ ਦੇ ਕੀ ਕਰਨ ਲਈ ਜਾ ਰਿਹਾ? ਘੁਰਨੇ 'ਚ ਪਾ ਰਿਹਾ। ਇਸ ਤਰ੍ਹਾਂ ਤੁਹਾਨੂੰ ਵੀ ਤੁਹਾਡੀ ਆਤਮਿਕ ਲੜਾਈ 'ਚ ਸ਼ੈਤਾਨ ਚੁੱਪ ਨਹੀਂ ਬੈਠੇਗਾ। ਸ਼ੈਤਾਨ ਤੁਹਾਡੇ ਨਾਲ ਪੰਗੇ ਲੈਣ ਦੀ ਕੋਸ਼ਿਸ਼ ਕਰੇਗਾ। ਬੇਸ਼ੱਕ ਉਹ ਹਮਲਾ ਨਾ ਕਰੇ, ਬੇਸ਼ੱਕ ਉਹ ਕਿਸੇ ਤਰੀਕੇ ਨਾਲ ਜ਼ੋਰ ਦੇ ਨਾਲ ਜ਼ੋਰ ਅਜ਼ਮਾਈ ਨਾ ਕਰੇ, ਪਰ ਉਹਦੀਆਂ ਬੜੀਆਂ ਯੁਕਤੀਆਂ ਨੇ। ਵਚਨ ਕਹਿੰਦਾ ਉਹਦੇ ਉਸ ਜਾਨਵਰ ਦੇ ਅੰਗ 666 ਨੇ, ਜੇਕਰ ਕੋਈ ਗਿਣ ਸਕਦਾ ਤੇ ਕੀ ਕਰੇ? ਗਿਣ ਲਵੇ। ਇਸ ਤਰ੍ਹਾਂ ਸ਼ੈਤਾਨ ਦੀਆਂ ਯੁਕਤੀਆਂ ਬਹੁਤ ਨੇ। ਸ਼ੈਤਾਨ ਕਿਹੜੇ ਤਰੀਕੇ ਨਾਲ ਫਸਾਏਗਾ, ਸਾਨੂੰ ਉਸ ਚੀਜ਼ ਦੇ ਲਈ ਜਾਗਦੇ ਰਹਿਣਾ ਆ। ਸਾਡੇ ਪਰਿਵਾਰ ਦੇ ਦੁਆਰਾ ਫਸਾ ਸਕਦਾ, ਸਾਡੇ ਇਮੋਸ਼ਨ ਦੇ ਦੁਆਰਾ ਫਸਾ ਸਕਦਾ, ਸਾਨੂੰ ਅਲੱਗ-ਅਲੱਗ ਤਰੀਕੇ ਨਾਲ ਫਸਾ ਸਕਦਾ। ਕਈ ਤਰੀਕੇ ਦੀਆਂ ਯੁਕਤੀਆਂ ਨੇ ਜਿਹਦੇ ਤਰੀਕੇ ਨਾਲ ਸ਼ੈਤਾਨ ਸਾਨੂੰ ਕੀ ਕਰ ਸਕਦਾ ਹੈ। ਇਸ ਕਰਕੇ ਪਰਮੇਸ਼ਰ ਦਾ ਵਚਨ ਕਹਿੰਦਾ ਬੇਨਤੀ ਕਰਦੇ ਰਹੋ ਤੇ ਜਾਗਦੇ ਰਹੋ ਤੇ ਜਿਹੜੀਆਂ ਗੱਲਾਂ ਹੋਣ ਵਾਲੀਆਂ ਨੇ ਉਹਨਾਂ ਦੇ ਪ੍ਰਤੀ ਕੀ ਰਹੋ? ਸੁਚੇਤ ਰਹੋ। ਇੱਥੇ ਦਾਨੀਏਲ ਨੂੰ ਪਤਾ ਲੱਗ ਗਿਆ ਕਿ ਉਸ ਆਰਡਰ ਦੇ ਉੱਤੇ ਸਹੀ ਪੈ ਗਈ ਆ, ਉਸ ਆਰਡਰ ਤੇ ਮੋਹਰ ਲੱਗ ਗਈ ਆ। ਪਰ ਦਾਨੀਏਲ ਕੀ ਕਰ ਰਿਹਾ? ਪੜ੍ਹੀਏ ਜੀ, ਦਾਨੀਏਲ 6:10। ਤਦ ਦਾਨੀਏਲ ਨੂੰ ਮਾਲੂਮ ਹੋਇਆ ਹਾਂ ਕਿ ਉਸ ਲਿਖਤ ਉੱਤੇ ਸਹੀ ਪੈ ਗਈ ਕਿ ਹੈ। ਉਸ ਲਿਖਤ ਉੱਤੇ ਸਹੀ ਪੈ ਗਈ ਆ। ਤਾਂ ਉਹ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਬਾਰੀ ਖੋਲ ਕੇ ਜਿਹੜੀ ਯਰੂਸ਼ਲਮ ਦੇ ਵੱਲ ਸੀ, ਅਤੇ ਦਿਨ ਵਿੱਚ 3 ਵਾਰ ਗੋਡੇ ਨਵਾ ਕੇ ਪਰਮੇਸ਼ਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ, ਜਿਵੇਂ ਪਹਿਲਾਂ ਕਰਦਾ ਸੀ, ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ। ਔਰ ਪਰਮੇਸ਼ਰ ਦਾ ਕੀ ਮਨਾਇਆ? ਪ੍ਰਭੂ ਮੈਂ ਜਾਣਦਾ ਜੋ ਹੋਣ ਵਾਲਾ ਹੈ। ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਆਤਮਿਕ ਤੌਰ ਤੇ ਸ਼ੈਤਾਨ ਦੀਆਂ ਯੁਕਤੀਆਂ ਨੂੰ ਜਾਣਦੇ ਹੋ। ਸਭ ਤੋਂ ਵੱਡਾ ਹਮਲਾ ਸ਼ੈਤਾਨ ਤੁਹਾਡੇ ਆਤਮਿਕ ਜੀਵਨ ਤੇ ਕਰੇਗਾ। ਤਾਂ ਤੇ ਪਰਮੇਸ਼ਰ ਕਹਿੰਦਾ ਆਪਣੇ ਆਤਮਿਕ ਜੀਵਨ ਦੀ ਵੱਡੀ ਚੌਕਸੀ ਕਰ, ਆਪਣੇ ਆਤਮਿਕ ਜੀਵਨ ਦਾ ਪੂਰਾ ਖਿਆਲ ਰੱਖ। ਇਸ ਤਰ੍ਹਾਂ ਸ਼ੈਤਾਨ ਕਈ ਤੁਹਾਡੇ ਜੀਵਨਾਂ ਦੇ ਵਿੱਚ ਐਸੇ ਚੱਕਰ ਲੈ ਕੇ ਆਏਗਾ, ਕਈ ਤੁਹਾਡੇ ਜੀਵਨਾਂ ਦੇ ਵਿੱਚ ਐਸੀਆਂ ਚੀਜ਼ਾਂ ਲੈ ਕੇ ਆਏਗਾ ਜਿਹਦੇ ਦੁਆਰਾ ਤੁਹਾਨੂੰ ਉਹ ਹਰਾ ਸਕੇ। ਇੱਥੇ ਪਰਮੇਸ਼ਰ ਦੇ ਵਚਨ 'ਚ ਕੀ ਲਿਖਿਆ? ਦਾਨੀਏਲ ਨੂੰ ਪਤਾ ਲੱਗਾ ਕਿ ਦਾਨੀਏਲ ਕੀ ਹੋਣ ਵਾਲਾ ਆ। ਤੈਨੂੰ ਸ਼ੇਰਾਂ ਦੀ ਮਾਨ ਦੇ ਵਿੱਚ ਸੁੱਟਣ ਵਾਲੇ ਨੇ, ਤੈਨੂੰ ਇਹ ਹੁਕਮ ਮੰਨਣਾ ਪੈਣਾ। ਜੇ ਨਹੀਂ ਮੰਨੇਗਾ ਤੇ ਸ਼ੇਰਾਂ ਦੀ ਮਾਨ ਵਿੱਚ ਕੀ ਕਰੇਗਾ? ਉਹ ਬੇਨਤੀ ਕਰ ਰਿਹਾ, ਪ੍ਰਭੂ ਮੈਂ ਇਸ ਰਾਜੇ ਦਾ ਹੁਕਮ ਤੇ ਨਹੀਂ ਮੰਨਣ ਜਾ ਰਿਹਾ, ਮੈਂ ਇਸ ਰਾਜੇ ਦੀ ਮਰਜ਼ੀ ਪੂਰੀ ਨਹੀਂ ਕਰਾਂਗਾ, ਮੈਂ ਜੋ ਉਹ ਕਹਿ ਰਿਹਾ ਉਹ ਨਹੀਂ ਮੰਨਾਂਗਾ। ਬੇਸ਼ੱਕ ਇਹਦੇ ਲਈ ਮੈਨੂੰ ਸ਼ੇਰਾਂ ਦੀ ਮਾਂ ਦੇ ਵਿੱਚ ਕੀ ਨਾ ਕਰਨਾ ਪਵੇ, ਜਾਣਾ ਪਵੇ। ਲਿਖਿਆ ਸ਼ੇਰਾਂ ਦੀ ਮਾਂ 'ਚ ਸੁੱਟਿਆ ਗਿਆ। ਸਾਰੀ ਰਾਤ ਪਰਮੇਸ਼ਰ ਦੇ ਦੂਤ ਨੇ ਆ ਕੇ ਸ਼ੇਰਾਂ ਦੇ ਮੂੰਹ ਕੀ ਕੀਤੇ ਨੇ। ਇਹ ਉਸ ਬੇਨਤੀ ਦਾ ਅਸਰ। ਉਹਨੂੰ ਪਤਾ ਸੀ ਕੀ ਹੋਣ ਵਾਲਾ। ਉਹਦੇ ਲਈ ਉਹਨੇ ਦਿਨ 'ਚ 3 ਵਾਰ ਪਰਮੇਸ਼ਰ ਦੇ ਅੱਗੇ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਸ ਤਰ੍ਹਾਂ ਮੇਰੇ ਪਿਆਰਿਓ, ਤੁਹਾਡੇ ਆਤਮਿਕ ਜੀਵਨ ਦੇ ਲਈ ਵੀ ਤੁਸੀਂ ਸੁਚੇਤ ਹੋ ਜਾਓ। ਸ਼ੈਤਾਨ ਸਭ ਤੋਂ ਵੱਧ ਕੇ ਤੁਹਾਡੇ ਆਤਮਿਕ ਜੀਵਨ ਤੇ ਹਮਲਾ ਕਰੇਗਾ, ਤੁਹਾਡੇ ਆਤਮਿਕ ਜੀਵਨ ਨੂੰ ਬਰਬਾਦ ਕਰਨ ਲਈ ਆਵੇਗਾ। ਉਹਨੂੰ ਤੁਹਾਡੇ ਸਰੀਰ ਦੇ ਨਾਲ, ਤੁਹਾਡੇ ਹੋਰ ਕਿਸੇ ਨਾਲ ਕੋਈ ਵੀ ਮਤਲਬ ਨਹੀਂ ਆ, ਉਹ ਤੁਹਾਡੀ ਆਤਮਾ ਨੂੰ ਬਰਬਾਦ ਕਰਨਾ ਚਾਹੁੰਦਾ ਆ। ਇਸ ਕਰਕੇ ਪਰਮੇਸ਼ਰ ਦਾ ਵਚਨ ਬਾਰ-ਬਾਰ ਕਹਿੰਦਾ, ਆਪਣੇ ਆਤਮਿਕ ਜੀਵਨ ਦੀ ਵੱਡੀ ਚੌਕਸੀ ਕਰ, ਆਪਣੇ ਆਤਮਿਕ ਜੀਵਨ ਦੀ ਰਖਵਾਲੀ ਕਰ। ਉਹਦੇ ਲਈ, ਆਪਣੇ ਆਤਮਿਕ ਜੀਵਨ ਦੇ ਲਈ ਹਮੇਸ਼ਾ ਪਰਮੇਸ਼ਰ ਅੱਗੇ ਆਤਮਾ 'ਚ ਬੇਨਤੀ ਕਰਦੇ ਰਹੋ, ਪ੍ਰਭੂ ਮੇਰੇ ਆਤਮਿਕ ਜੀਵਨ ਨੂੰ ਤੂੰ ਸੰਭਾਲ, ਪ੍ਰਭੂ ਮੇਰੇ ਆਤਮਿਕ ਜੀਵਨ ਨੂੰ ਦ੍ਰਿੜ ਔਰ ਕਾਇਮ ਰੱਖਣ ਦੇ ਵਿੱਚ ਤੂੰ ਮੇਰੀ ਮਦਦ ਕਰ ਪਰਮੇਸ਼ਰ। ਹਾਲੇਲੂਇਆ। ਇਹ ਆ ਬੇਨਤੀ ਕਰਨਾ। ਬੇਨਤੀ ਕਿਹਦੇ ਲਈ ਕਰਨਾ? ਕਿ ਮੇਰੇ ਆਤਮਿਕ ਜੀਵਨ 'ਚ ਗਾਂ ਜੋ ਵੀ ਪੰਗਾ ਹੋਣ ਲਈ ਜਾ ਰਿਹਾ, ਸ਼ੈਤਾਨ ਜੋ ਵੀ ਛੜਯੰਤਰ, ਜੋ ਵੀ ਯੋਜਨਾ ਲੈ ਕੇ ਆਉਣ ਲਈ ਜਾ ਰਿਹਾ, ਪ੍ਰਭੂ ਤੇਰੇ ਨਾਮ 'ਚੋਂ ਫੇਲ ਹੋ ਜਾਵੇ। ਇਸ ਵਿੱਚ ਮੈਨੂੰ ਪ੍ਰਭੂ ਤੇਰੀ ਮਦਦ ਦੀ ਜ਼ਰੂਰਤ ਹੈ। ਹਾਲੇਲੂਇਆ। ਅੱਗੇ ਪੜ੍ਹਦੇ ਆ ਜੀ। ਹੁਣ ਆਤਮਾ ਵਿੱਚ ਕਿਹਾ ਗਿਆ ਪ੍ਰਾਰਥਨਾ ਕਰੋ, ਐਵੇਂ ਨਹੀਂ ਕਿਹਾ ਗਿਆ। ਆਤਮਾ ਦੇ ਵਿੱਚ ਪ੍ਰਾਰਥਨਾ ਕਰਨ ਦਾ ਫਾਇਦਾ ਕੀ ਆ? ਜਦੋਂ ਅਸੀਂ ਆਤਮਾ ਦੇ ਵਿੱਚ ਪ੍ਰਾਰਥਨਾ ਕਰਦੇ ਆ, ਉਦੋਂ ਸਾਡੇ ਜੀਵਨ 'ਚ ਹੁੰਦਾ ਕੀ ਆ? ਇਸ ਵਚਨ ਨੂੰ ਜ਼ਰੂਰ ਜੋ ਵੀ ਸੁਣ ਰਹੇ ਨੇ ਗੌਰ ਦੇ ਨਾਲ ਸੁਣਿਓ। ਅੱਜ ਜਦੋਂ ਤੁਸੀਂ ਹੁਣ ਦੀ ਇਸ ਬੰਦਗੀ ਤੋਂ ਬਾਅਦ ਜਦੋਂ ਆਤਮਾ 'ਚ ਪ੍ਰਾਰਥਨਾ ਕਰੋਗੇ ਨਾ, ਤੁਹਾਡੀ ਆਤਮਾ ਦਾ ਅਸਰ ਡਬਲ ਹੋਣ ਲਈ ਜਾ ਰਿਹਾ, ਕਿਉਂਕਿ ਹੁਣ ਤੁਹਾਨੂੰ ਪਤਾ ਲੱਗਣ ਲਈ ਜਾ ਰਿਹਾ ਕਿ ਆਤਮਾ ਦੇ ਵਿੱਚ ਪ੍ਰਾਰਥਨਾ ਕਰਨ ਦੇ ਫਾਇਦੇ ਕੀ ਨੇ। ਵਚਨ ਕੀ ਸੀ? ਇਫਸੀਆਂ 6:18, ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਦੇ ਵਿੱਚ ਕੀ ਕਰਦੇ ਰਹੋ। ਕਿਉਂ ਪਰਮੇਸ਼ਰ ਨੇ ਕਿਹਾ ਆਤਮਾ 'ਚ ਪ੍ਰਾਰਥਨਾ ਕਰਨੀ ਹੈ? ਜਾਂ ਦੂਸਰੇ ਰੂਪ 'ਚ ਅਸੀਂ ਕਹਿ ਸਕਦੇ ਹਾਂ, ਆਤਮਾ ਦੇ ਵਿੱਚ ਪ੍ਰਾਰਥਨਾ ਕਰਨ ਦੇ ਫਾਇਦੇ ਕੀ ਨੇ? ਤਾਂ ਆइए ਪੜ੍ਹਦੇ ਹਾਂ ਰੋਮੀਆਂ ਦੀ ਪੱਤਰੀ 8 ਬਾਬ ਉਹਦਾ 26 ਔਰ 27 ਵਚਨ। ਇੱਥੇ ਅਸੀਂ 5 ਗੱਲਾਂ ਸਿੱਖਾਂਗੇ। ਇਹਨਾਂ 2 ਆਇਤਾਂ ਦੇ ਵਿੱਚ ਆਤਮਾ 'ਚ ਪ੍ਰਾਰਥਨਾ ਕਰਨ ਦੇ 5 ਫਾਇਦੇ ਨੇ। ਹਾਂਜੀ ਪੜ੍ਹੀਏ ਜੀ। ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ, ਇਸੇ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਦੇ ਵਿੱਚ ਸਾਡੀ ਸਹਾਇਤਾ ਕਰਦਾ ਹੈ। ਸਾਡੀ ਕੀ ਕਰਦਾ ਹੈ? ਸਭ ਤੋਂ ਪਹਿਲਾਂ ਤੇ ਆਤਮਾ ਦੇ ਵਿੱਚ ਪ੍ਰਾਰਥਨਾ ਕਰਨ ਦੇ ਨਾਲ ਕੀ ਫਾਇਦਾ ਹੁੰਦਾ? ਕਿ ਜੋ ਵੀ ਆਤਮਿਕ ਤੌਰ 'ਚ ਕਮੀਆਂ ਰਹਿ ਗਈਆਂ ਨੇ ਨਾ, ਜੋ ਵੀ ਆਤਮਿਕ ਤੌਰ 'ਚ ਕਮਜ਼ੋਰੀਆਂ ਨੇ, ਹੁਣ ਸਾਡੀ ਦੁਰਬਲਤਾਈ ਦੇ ਵਿੱਚ ਅਸੀਂ ਆਤਮਿਕ ਤੌਰ ਤੇ ਦੁਰਬਲ ਹੋ ਸਕਦੇ ਆ, ਕਮਜ਼ੋਰ ਹੋ ਸਕਦੇ ਆ। ਉਸ ਕਮਜ਼ੋਰੀ ਦੇ ਵਿੱਚ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਆ, ਉਸ ਕਮਜ਼ੋਰੀ ਦੇ ਵਿੱਚ ਕਿਸ ਤਰ੍ਹਾਂ ਮਜ਼ਬੂਤੀ ਨਾਲ ਪ੍ਰਾਰਥਨਾ ਕਰਨੀ ਆ, ਇਸ ਆਤਮਿਕ ਕਮਜ਼ੋਰੀ ਦੇ ਵਿੱਚ ਕਿਸ ਤਰ੍ਹਾਂ ਦ੍ਰਿੜਤਾ ਨਾਲ ਖੜੇ ਰਹਿਣਾ ਆ, ਇਸ ਕੰਮ ਦੇ ਵਿੱਚ ਸਭ ਤੋਂ ਪਹਿਲਾਂ ਪਵਿੱਤਰ ਆਤਮਾ ਸਾਡੀ ਕੀ ਕਰਦਾ ਆ? ਪਹਿਲੀ ਲਾਈਨ ਪੜ੍ਹੋ, ਦੁਬਾਰਾ ਪੜ੍ਹੀਏ ਜੀ। ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ, ਇਸੇ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਦੇ ਵਿੱਚ ਸਾਡੀ ਸਹਾਇਤਾ ਕਰਦਾ ਹੈ। ਸਾਡੀ ਕੀ ਕਰਦਾ ਆ? ਹੁਣ ਜਦੋਂ ਅਸੀਂ ਹਿੰਦੀ 'ਚ ਪੜ੍ਹਦੇ ਹਾਂ ਰੋਮੀਆਂ 8 ਦੀ ਇਸ 28 ਨੂੰ 26 ਨੂੰ, तो उसने लिखे ऐसे ही जैसे हम कराहते हैं, ऐसे ही जैसे हम कराहते हैं हमारी दुर्बलता में हमारी सहायता करने आता है। कि जो असी आत्मिक कमजोरियों के कारण करा रहे हैं, आत्मिक कमजोरियों के कारण असी परेशान हो रहे हैं, सानू पता नहीं लग रहा प्रार्थना किस तरह करनी है, जब प्रार्थना दे विच असीं खड़े नहीं रह पा रहे, प्रार्थना दे विच समा नहीं बिता पा रहे, प्रार्थना दे विच जिन्ना समा सानू प्रार्थना करनी चाहिए आ उस उन्ना असीं प्रार्थना नहीं कर पा रहे, ये साडी कमजोरी आ। उत्थे जदों आएगी पवित्र आत्मा, जदों पवित्र आत्मा दे विच जदों असीं प्रार्थना करेगा, सब तो पहला परमेश्वर दा आत्मा की करेगा, तुहानू तुहाडी दुर्बलताई दे विच तुहाडी की करेगा, ये मदद करेगा। प्रार्थना नहीं ना हो रही, प्रार्थना समा नहीं ना बिताया जा रहा, प्रार्थना दे विच टाइम नहीं बिताया जा रहा, पर प्रार्थना दे नाल प्रार्थना दे विच जिन्ना परमेश्वर दे नाल समा बतीत करना उन्हां नहीं कढ़िया जा रहा। ये सब दे जदों तुसीं आत्मा च इस चीज़ नूं करोगे, आत्मा च प्रार्थना करोगे, उदों फिर परमेश्वर दा ये आत्मा तुहाडी निर्बलताई विच की करेगा, मदद करेगा। नंबर 1 आत्मा निर्बलताई दे विच की करदा आ, मदद करदा। नंबर 2 पढ़िए जी। क्यों जो किस वक्त सानू प्रार्थना करनी चाहिए, क्यों जो किस समय, बड़ी खास गल है कि किस समय सानू प्रार्थना करनी चाहिए आ, असी नहीं जानते, पर आत्मा आप अकथ होके पर के साडी सिफारिश करदा हाँ, बस है।
ਕਿਸ ਸਮੇਂ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਨੰਬਰ 2, ਆਤਮਾ 'ਚ ਪ੍ਰਾਰਥਨਾ ਕਰਦੇ ਰਹਿਣ ਦਾ ਫਾਇਦਾ ਕੀ ਆ? ਆਤਮਾ ਤੁਹਾਨੂੰ ਦੱਸੇਗਾ ਹੁਣ ਪ੍ਰਾਰਥਨਾ ਦੀ ਲੋੜ ਆ। ਆਤਮਾ ਤੁਹਾਨੂੰ ਦੱਸੇਗਾ ਇਸ ਸਮੇਂ ਤੈਨੂੰ ਸਖਤ ਪ੍ਰਾਰਥਨਾ ਦੀ ਕੀ ਆ, ਜ਼ਰੂਰਤ ਆ। ਕਿਸ ਸਮੇਂ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਆ, ਸਾਡੀ ਪ੍ਰਾਰਥਨਾ ਕਿਦੋਂ ਹੋਣੀ ਚਾਹੀਦੀ ਆ, ਇਹ ਪਵਿੱਤਰ ਆਤਮਾ ਜਾਣਦਾ ਆ। ਪਹਿਲਾ ਕੀ ਸੀ? ਸਾਡੀ ਦੁਰਬਲਤਾਈ ਦੇ ਵਿੱਚ ਸਾਡੀ ਕੀ ਕਰਦਾ। ਫਿਰ ਸਾਨੂੰ ਪ੍ਰਾਰਥਨਾ ਦੀ ਕਿਦੋਂ ਲੋੜ ਆ, ਇਹਨੂੰ ਕੀ ਆ, ਪਤਾ ਆ। ਉਸ ਸਮੇਂ ਫਿਰ ਸਾਡੀ ਪ੍ਰਾਰਥਨਾ ਕੀ ਕਰਦਾ ਹੈ, ਸ਼ੁਰੂ ਕਰਦਾ। ਹੁਣ ਤੈਨੂੰ ਕੀ ਆ, ਪ੍ਰਾਰਥਨਾ ਦੀ ਲੋੜ ਆ, ਇਸ ਸਮੇਂ ਤੂੰ ਪ੍ਰਾਰਥਨਾ ਕਰ। ਕਿਸ ਸਮੇਂ ਸਾਨੂੰ ਪ੍ਰਾਰਥਨਾ ਦੀ ਲੋੜ ਆ, ਇਹ ਵੀ ਕੌਣ ਜਾਣਦਾ? ਪਰਮੇਸ਼ਰ ਦਾ ਆਤਮਾ। ਤੀਸਰੀ ਗੱਲ ਪੜ੍ਹਦੇ ਹਾਂ ਜੀ। ਹਾਂ, ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ। ਹਾਂ। ਕਿਉਂ ਜੋ ਕਿਸ ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਫਿਰ ਕਿਸ ਚੀਜ਼ ਲਈ ਕੀ ਕਰਨੀ ਚਾਹੀਦੀ ਆ, ਕਿਸ ਸਮੇਂ ਤੇ ਕਿਸ ਚੀਜ਼ ਲਈ। ਅਸੀਂ ਸਰੀਰਕ ਹੋਣ ਦੇ ਕਾਰਨ ਪਹਿਲਾਂ ਸਰੀਰ 'ਚ ਸੀ, ਪਰ ਹੁਣ ਹੌਲੀ ਹੌਲੀ ਅਸੀਂ ਆਤਮਾ 'ਚ ਤਬਦੀਲ ਹੋ ਜਾ ਰਹੇ ਆ। ਸਰੀਰਕ ਇਨਸਾਨ ਤੋਂ ਮਸੀਹੀ ਇੱਕ ਆਤਮਿਕ ਇਨਸਾਨ 'ਚ ਤਬਦੀਲ ਹੁੰਦਾ ਜਾ ਰਿਹਾ। ਤੇ ਫਿਰ ਹੁਣ ਇਸ ਆਤਮਿਕ ਇਨਸਾਨ ਨੂੰ ਪ੍ਰਾਰਥਨਾ ਕੈਸੀ ਕਰਨੀ ਆ? ਇਸ ਆਤਮਿਕ ਇਨਸਾਨ ਦੇ ਲਈ ਆਤਮਾ 'ਚ ਪ੍ਰਾਰਥਨਾ ਕਿਸ ਤਰ੍ਹਾਂ ਹੋਣੀ ਹੈ, ਕਿਹੜੇ ਸਮੇਂ ਤੇ ਕਿਸ ਚੀਜ਼ ਦੇ ਲਈ? ਯਾਦ ਰੱਖੋ, ਜਦੋਂ ਅਸੀਂ ਆਤਮਾ 'ਚ ਪ੍ਰਾਰਥਨਾ ਕਰਦੇ ਹਾਂ ਤੇ ਜਦੋਂ ਅਸੀਂ ਸਰੀਰਕ ਪ੍ਰਾਰਥਨਾ ਕਰਦੇ ਹਾਂ ਜਾਂ ਪ੍ਰਾਣਿਕ ਪ੍ਰਾਰਥਨਾ ਕਰਦੇ ਹਾਂ, ਉਦੋਂ ਅਸੀਂ ਸਿਰਫ ਆਪਣੇ ਸਰੀਰ ਬਾਰੇ, ਆਪਣੇ ਫਾਈਨੈਂਸ਼ੀਅਲ ਘਾਟੇ ਬਾਰੇ, ਆਪਣੇ ਇਸ ਹੋਰ ਸਾਰੀਆਂ ਕਮੀਆਂ ਕਮਜ਼ੋਰੀਆਂ ਜੋ ਸਾਡੇ ਜੀਵਨ 'ਚ ਜ਼ਰੂਰਤਾਂ ਨੇ, ਉਹਨਾਂ ਦੇ ਬਾਰੇ ਸੋਚਦੇ ਹਾਂ। ਪਰ ਜਦੋਂ ਤੁਸੀਂ ਆਤਮਾ 'ਚ ਪ੍ਰਾਰਥਨਾ ਕਰਦੇ ਹੋ, ਜਦੋਂ ਤੁਸੀਂ ਹਰ ਸਮੇਂ ਆਤਮਾ 'ਚ ਬੇਨਤੀ ਕਰਦੇ ਹੋ, ਉਦੋਂ ਤੁਸੀਂ ਇਹਨਾਂ ਚੀਜ਼ਾਂ ਤੋਂ ਕਿਤੇ ਪਾਰ ਲੰਘ ਕੇ ਜਿਹੜੀ ਤੁਹਾਨੂੰ ਅਸਲ 'ਚ ਲੋੜ ਆ। ਪੜ੍ਹੀਏ ਦੁਬਾਰਾ। ਕਿਉਂ ਜੋ ਕਿਸ ਵਸਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਕਿਸ ਵਸਤ ਲਈ ਔਰ ਕਿਸ ਸਮੇਂ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਆ, ਅਸੀਂ ਨਹੀਂ ਜਾਣਦੇ। ਪਰਮੇਸ਼ਰ ਦਾ ਆਤਮਾ ਕੀ ਕਰਦਾ ਹੈ, ਜਾਣਦਾ ਹੈ। ਹਾਲੇਲੂਇਆ। ਹੁਣ ਤੋਂ ਬਾਅਦ ਜਦੋਂ ਤੁਸੀਂ ਆਤਮਾ 'ਚ ਪ੍ਰਾਰਥਨਾ ਕਰੋਗੇ, ਜੇ ਤੁਸੀਂ ਆਤਮਾ 'ਚ ਪ੍ਰਾਰਥਨਾ ਕਰ ਰਹੇ ਹੋ, ਤੁਸੀਂ ਇਹ ਨਾ ਸੋਚਿਓ ਸਿਰਫ ਅਨਿਆ ਭਾਸ਼ਾ 'ਚ ਤੁਸੀਂ ਦੁਆ ਕਰ ਰਹੇ ਹੋ। ਤੁਸੀਂ ਇਹ ਨਾ ਸੋਚਿਓ ਕਿ ਪਤਾ ਨਹੀਂ ਕੀ ਤੁਸੀਂ ਕਰ ਰਹੇ ਹੋ। ਪਰਮੇਸ਼ਰ ਦੀ ਆਤਮਾ ਤੁਹਾਡੇ ਜੀਵਨ 'ਚ ਕੰਪਲੀਟ ਕੰਮ ਕਰ ਰਹੀ ਆ। ਤੁਹਾਡੇ ਜੀਵਨ 'ਚ ਪੂਰਾ ਕੰਮ ਕਰ ਰਹੀ ਹੈ। ਜੋ ਤੁਹਾਨੂੰ ਜ਼ਰੂਰਤ ਆ, ਜਦੋਂ ਤੁਹਾਨੂੰ ਲੋੜ ਆ, ਕਿਸ ਕੰਮ ਦੇ ਲਈ ਪ੍ਰਾਰਥਨਾ ਕਰ ਰਹੀ ਆ, ਆਤਮਾ ਆਪੇ ਹੀ ਕਰ ਰਿਹਾ ਆ, ਆਪੇ ਹੀ ਪ੍ਰਾਰਥਨਾ ਕਰ ਰਿਹਾ ਤੁਹਾਡੇ ਅੰਦਰ। ਇਹ ਆ ਫਾਇਦਾ ਲਗਾਤਾਰ ਆਤਮਾ ਦੇ ਵਿੱਚ ਕੀ ਕਰਦੇ ਰਹਿਣ ਦਾ, ਪ੍ਰਾਰਥਨਾ ਕਰਦੇ ਨੇ। ਸਭ ਤੋਂ ਪਹਿਲਾਂ ਉਹ ਸਾਡੀ ਦੁਰਬਲਤਾਈ 'ਚ ਮਦਦ ਕਰਦਾ। ਦੂਸਰਾ, ਅਸੀਂ ਕਿਦੋਂ ਤੇ ਕਿਸ ਕੰਮ ਲਈ ਪ੍ਰਾਰਥਨਾ ਕਰਨੀ ਆ, ਪਰਮੇਸ਼ਰ ਦਾ ਆਤਮਾ ਉਹ ਵੀ ਕੀ ਕਰਦਾ ਆ, ਜਾਣਦਾ। ਤੀਸਰਾ ਪੜ੍ਹਦੇ ਆ ਜੀ। ਹਾਂ। ਅਤੇ ਹਿਰਦਿਆਂ ਦਾ ਜਾਂਚਣ ਵਾਲਾ ਜਾਣਦਾ ਹੈ। ਨਹੀਂ, ਉਸ ਤੋਂ ਪਹਿਲਾਂ ਪਰ ਆਤਮਾ ਆਪ ਇਕੱਠ ਹੋ ਕੇ ਭਰ ਕੇ ਹਾਂ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਹੁਣ ਆਤਮਾ ਆਪ ਇਕੱਠ ਹੋ ਕੇ ਭਰ ਕੇ ਸਾਡੇ ਵਾਸਤੇ ਕੀ ਕਰਦਾ ਹੈ, ਸਿਫਾਰਿਸ਼ ਕਰਦਾ। ਇਕੱਠ ਹੋ ਕੇ ਮਤਲਬ ਉਹ ਸ਼ਬਦ ਜਾਂ ਉਹ ਕੁਝ ਗੱਲਾਂ ਜਿਨ੍ਹਾਂ ਦੀ ਸ਼ਬਦਾਂ ਦੇ ਵਿੱਚ ਤੁਲਨਾ ਨਹੀਂ ਕੀਤੀ ਜਾ ਸਕਦੀ। ਹੋ ਕੇ ਭਰਨ ਦਾ ਮਤਲਬ ਇਹ ਵੀ ਆ ਕਿ ਰੋ ਕੇ। ਪਰ ਮੈਂ ਕਹਾਂਗਾ ਐਸੇ ਸ਼ਬਦ, ਐਸੀਆਂ ਗੱਲਾਂ ਜਿਨ੍ਹਾਂ ਦੀ ਸ਼ਬਦਾਂ ਦੇ ਵਿੱਚ ਕੀ ਨਹੀਂ ਕੀਤੀ ਜਾ ਸਕਦੀ, ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਸ ਤਰੀਕੇ ਦੇ ਨਾਲ ਜੋ ਅਸੀਂ ਕਹਿੰਦੇ ਆ, ਸ਼ਾਇਦ ਸਾਨੂੰ ਪ੍ਰਾਰਥਨਾ ਕਰਨ ਦਾ ਤਰੀਕਾ ਨਾ ਆਉਂਦਾ ਹੋਵੇ, ਜਾਂ ਅਸੀਂ ਜਾਣਦੇ ਨਾ ਹੋਈਏ ਪ੍ਰਾਰਥਨਾ ਕਰਨੀ ਕੀ ਹੈ, ਕਿਸ ਤਰ੍ਹਾਂ ਬੇਨਤੀ ਕਰਨੀ ਹੈ। ਇਹ ਸਭ ਦੇ ਲਈ ਪਵਿੱਤਰ ਆਤਮਾ ਇੰਨਾ ਮਹਾਨ ਕੰਮ ਕਰਦਾ ਆ ਕਿ ਸਾਡੇ ਬਦਲੇ ਸਾਡੀ ਜ਼ਬਾਨ ਜਾਂ ਅਸੀਂ ਕੁਝ ਕਹੀਏ, ਉਹਦੇ ਲਈ ਇਹ ਖੁਦ ਆਪ ਇਕੱਠ ਹੋ ਕੇ ਭਰ ਕੀ ਕਰਦਾ ਆ, ਪਰਮੇਸ਼ਰ ਦੇ ਅੱਗੇ ਸਿਫਾਰਿਸ਼ ਕਰਦਾ ਆ। ਪੜ੍ਹੋ ਦੁਬਾਰਾ। ਪਰ ਆਤਮਾ ਆਪ ਇਕੱਠ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਸਾਡੇ ਲਈ ਕੀ ਕਰਦਾ ਹੈ, ਸਿਫਾਰਿਸ਼। ਇਹ ਇਕੱਠ ਹੋ ਕੇ ਭਰ ਕੇ ਸਾਡੇ ਵਾਸਤੇ ਕੀ ਕਰਦਾ ਹੈ। ਇਹ ਲਾਭ ਆਤਮਾ 'ਚ ਪ੍ਰਾਰਥਨਾ ਕਰਨ ਦੇ, ਤੁਹਾਡੀ ਦੁਰਬਲਤਾਈ 'ਚ ਤੁਹਾਡੀ ਮਦਦ ਕਰੇਗਾ। ਦੂਸਰਾ, ਇਹ ਤੁਸੀਂ ਕੀ ਮੰਗਣਾ ਆ ਜਾਂ ਤੁਸੀਂ ਕਿਸ ਸਮੇਂ ਪ੍ਰਾਰਥਨਾ ਕਰਨੀ ਹੈ, ਇਹ ਸਭ ਉਹ ਪੂਰਾ ਕਰੇਗਾ। ਤੀਸਰਾ, ਫਿਰ ਆਮ ਪ੍ਰਾਰਥਨਾ ਨਹੀਂ ਕਰੇਗਾ, ਪਰਮੇਸ਼ਰ ਦੇ ਸਾਹਮਣੇ ਇਕੱਠ ਹੋ ਕੇ
ਭਰ ਭਰ ਕੇ, ਇਕੱਠ ਹੋ ਕੇ ਭਰ ਭਰ ਕੇ ਸਾਡੇ ਲਈ ਕੀ ਕਰੇਗਾ? ਸਿਫਾਰਿਸ਼ ਕਰੇਗਾ। ਤੇ ਯਾਦ ਰੱਖੋ, ਜਦੋਂ ਪਵਿੱਤਰ ਆਤਮਾ ਸਿਫਾਰਿਸ਼ ਕਰੇਗਾ, ਜਦੋਂ ਅਸੀਂ ਨਹੀਂ, ਇਹ ਪਵਿੱਤਰ ਆਤਮਾ ਪਰਮੇਸ਼ਰ ਦੇ ਸਾਹਮਣੇ ਸਿਫਾਰਿਸ਼ ਕਰੇਗਾ ਕਿ ਉਹ ਕੰਮ ਸਾਡੇ ਜੀਵਨ 'ਚ ਹੋਏਗਾ ਕਿ ਨਹੀਂ ਹੋਏਗਾ, ਅਸੀਂ ਨਹੀਂ ਜਾਣਦੇ। ਪਰ ਪਵਿੱਤਰ ਆਤਮਾ ਸਾਡੇ ਲਈ ਸਿਫਾਰਿਸ਼ ਕਰ ਰਿਹਾ ਹੁੰਦਾ, ਤੇ ਪਰਮੇਸ਼ਰ ਇਹਦੀ ਸਿਫਾਰਿਸ਼ ਨੂੰ ਸੁਣ ਕੇ ਉਹ ਆਤਮਿਕ ਕੰਮ ਸਾਡੇ ਜੀਵਨ 'ਚ ਕੀ ਕਰਦਾ ਆ? ਪੂਰਿਆਂ ਕਰਦਾ। ਅੱਗੇ ਪੜ੍ਹੀਏ ਜੀ, ਚੌਥਾ ਨੰਬਰ। ਅਤੇ ਹਿਰਦਿਆਂ ਦਾ ਜਾਂਚਣ ਵਾਲਾ, ਹੁਣ ਇੱਥੇ ਲਿਖਿਆ ਦਿਲਾਂ ਦਾ ਜਾਣਨ ਵਾਲਾ ਜਾਣਦਾ ਹੈ ਹਾਂ ਭਈ ਆਤਮਾ ਦੀ ਕੀ ਮਨਸ਼ਾ ਹੈ। ਆਤਮਾ ਦੀ ਮਨਸ਼ਾ ਕੀ ਆ? ਹਾਂ, ਹੁਣ ਪਰਮੇਸ਼ਰ ਆਤਮਾ ਦੀ ਮਨਸ਼ਾ ਨੂੰ ਕੀ ਕਰਦਾ ਆ? ਹੁਣ ਚੌਥਾ ਫਾਇਦਾ ਆ ਕਿ ਇਹ ਜੋ ਕਹਿ ਰਿਹਾ ਨਾ, ਜੋ ਇਹ ਕਹਿੰਦਾ ਆ, ਉਹ ਪਰਮੇਸ਼ਰ ਵੀ ਕੀ ਕਰਦਾ ਆ? ਸਮਝਦਾ ਆ, ਜਾਣਦਾ ਆ। ਜੋ ਆਤਮਾ ਕਹਿੰਦੀ ਆ ਉਹ ਪਰਮੇਸ਼ਰ ਜਾਣ ਰਿਹਾ ਆ। ਇਹਦੀ ਕੀ ਮਨਸ਼ਾ ਆ? ਪਰਮੇਸ਼ਰ ਜਾਣ ਰਿਹਾ ਆ। ਇਹ ਆ ਆਤਮਾ 'ਚ ਪ੍ਰਾਰਥਨਾ ਕਰਨ ਦੇ ਫਾਇਦੇ। ਦਿਲਾਂ ਦਾ ਜਾਣਨ ਵਾਲਾ ਜਾਣਦਾ ਆ ਕਿ ਆਤਮਾ ਦੀ ਕੀ ਮਨਸ਼ਾ ਆ। ਅੱਗੇ ਪੰਜਵਾਂ ਨੰਬਰ, ਉਹ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ, ਕਿਉਂਕਿ ਇਹ ਆਤਮਾ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਹੀ, ਉਹਦੀ ਮਰਜ਼ੀ ਤੋਂ ਬਿਨਾ ਨਹੀਂ, ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਸੰਤਾਂ ਦੇ ਲਈ ਸਿਫਾਰਿਸ਼ ਕਰਦਾ ਹੈ। ਹਾਲੇਲੂਇਆ। ਹਾਲੇਲੂਇਆ। ਤੁਹਾਡੇ ਲਈ ਕੀ ਕਰਦਾ ਹੈ? ਉਹਦੀ ਮਨਸ਼ਾ ਕੀ ਹੈ? ਇਹ ਪਰਮੇਸ਼ਰ ਦੀ ਮਨਸ਼ਾ ਨੂੰ ਜਾਣਦਾ ਆ, ਤੇ ਪਰਮੇਸ਼ਰ ਇਹਦੀ ਮਨਸ਼ਾ ਨੂੰ ਕੀ ਕਰਦਾ ਆ? ਜਾਣਦਾ। ਤੇ ਫਿਰ ਇਹ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਹੀ, ਕਹਿਣ ਦਾ ਮਤਲਬ ਕਿ ਜੋ ਪਰਮੇਸ਼ਰ ਤੁਹਾਡੇ ਜੀਵਨ 'ਚ ਕਰਨਾ ਚਾਹੁੰਦਾ ਹੈ ਨਾ, ਇਹ ਤੁਸੀਂ ਨਹੀਂ ਜਾਣਦੇ। ਤੁਸੀਂ ਖੁਦ ਪ੍ਰਾਰਥਨਾ ਕਰੋਗੇ ਨਾ, ਆਤਮਾ ਤੋਂ ਬਿਨਾਂ ਪ੍ਰਾਰਥਨਾ ਕਰੋਗੇ, ਤੁਸੀਂ ਜੋ ਚੀਜ਼ਾਂ ਨਹੀਂ ਚਾਹੀਦੀਆਂ ਉਹ ਚੀਜ਼ਾਂ ਮੰਗੋਗੇ। ਪਰਮੇਸ਼ਰ ਦਾ ਵਚਨ ਕਹਿੰਦਾ ਨਾ, ਤੁਸੀਂ ਮੰਗਦੇ ਤੇ ਹੋ, ਪਰ ਕਿਹਦੇ ਨਾਲ ਮੰਗਦੇ ਹੋ? ਬਦਨੀਤੀ ਨਾਲ। ਪਰ ਪਰਮੇਸ਼ਰ ਦਾ ਆਤਮਾ ਜਦੋਂ ਮੰਗੇਗਾ, ਉਹ ਬਦਨੀਤੀ ਦੇ ਨਾਲ ਨਹੀਂ, ਪਰਮੇਸ਼ਰ ਦੀ ਮਨਸ਼ਾ ਦੇ ਨਾਲ ਮੰਗੇਗਾ। ਉਹ ਸਾਡੀ ਮਰਜ਼ੀ ਨਹੀਂ, ਪਰਮੇਸ਼ਰ ਦੀ ਮਰਜ਼ੀ ਪੂਰੀ ਕਰੇਗਾ। ਹਾਲੇਲੂਇਆ। ਇਹ ਆ ਫਾਇਦਾ ਆਤਮਾ 'ਚ ਪ੍ਰਾਰਥਨਾ ਕਰਨ ਦਾ। ਤੁਸੀਂ ਦੇਖਦੇ ਹੋ ਆਤਮਿਕ ਲੋਕ ਆਤਮਾ 'ਚ ਪ੍ਰਾਰਥਨਾ ਕਰਦੇ ਰਹਿੰਦੇ ਨੇ, ਉਸ ਧੁਨ 'ਚ ਲੱਗੇ ਹੁੰਦੇ ਨੇ। ਜੇ ਤੁਸੀਂ ਦੇਖਦੇ ਹੋ, ਦੇਖ ਕੇ ਆਨੰਦ ਹੋਵੋ। ਇਹ ਆਤਮਾ 'ਚ ਪ੍ਰਾਰਥਨਾ ਕਰ ਰਹੇ ਮਤਲਬ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਪ੍ਰਾਰਥਨਾ ਕਰ ਰਹੇ ਆ। ਇਹ ਆਤਮਾ 'ਚ ਪ੍ਰਾਰਥਨਾ ਕਰ ਰਹੇ ਮਤਲਬ ਆਤਮਾ ਇਕੱਠ ਹੋ ਕੇ ਭਰ ਭਰ ਕੇ ਕੀ ਕਰ ਰਿਹਾ? ਪਰਮੇਸ਼ਰ ਦੇ ਅੱਗੇ ਇਹਨਾਂ ਦੇ ਲਈ ਸਿਫਾਰਿਸ਼ ਕਰ ਰਿਹਾ। ਇਹ ਆਤਮਾ 'ਚ ਪ੍ਰਾਰਥਨਾ ਕਰ ਰਹੇ ਮਤਲਬ ਇਹ ਕੀ ਕਰ ਰਹੇ ਨੇ? ਇਹ ਕਾਦੇ ਵਾਸਤੇ ਪ੍ਰਾਰਥਨਾ ਕਰ ਰਹੇ? ਬਿਲਕੁਲ ਸਹੀ ਹੋ ਰਿਹਾ ਆ। ਹੁਣ ਬਿਲਕੁਲ ਐਗਜ਼ੈਕਟ ਔਰ ਸਹੀ ਪ੍ਰਾਰਥਨਾ ਚੱਲ ਰਹੀ ਹੈ। ਜਿਸ ਲੋੜ ਦੇ ਲਈ ਪ੍ਰਾਰਥਨਾ ਸੀ, ਉਹ ਲੋੜ ਦੇ ਲਈ ਕੀ ਹੋ ਰਹੀ ਆ? ਪ੍ਰਾਰਥਨਾ ਚੱਲ ਰਹੀ ਆ। ਔਰ ਹੁਣ ਇਹ ਨਿਰਬਲਤਾਈਆਂ ਵਿੱਚ ਕੀ ਕਰੇਗਾ? ਇਹ ਸਭਨਾਂ ਦੀ ਮਦਦ ਕਰੇਗਾ। ਔਰ ਹੁਣ ਸਭ ਤੋਂ ਉੱਤਮ ਜੋ ਵੀ ਹੋ ਰਿਹਾ ਆ, ਇਹ ਬਿਨਤੀ ਕਿਸ ਆਧਾਰ ਤੇ ਹੋ ਰਹੀ ਆ? ਜੋ ਪਰਮੇਸ਼ਰ ਦੀ ਮਰਜ਼ੀ ਆ, ਜੋ ਪਰਮੇਸ਼ਰ ਚਾਹੁੰਦਾ ਆ, ਉਹ ਹੀ ਹੋ ਰਿਹਾ ਆ। ਹਾਲੇਲੂਇਆ। ਆਖਰੀ ਲਾਈਨ ਪੜੋ, ਕੀ ਕਹਿੰਦੇ ਸੀ ਜੀ? ਅਤੇ ਕਿਉਂ ਜੋ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ, ਕਿਉਂ ਜੋ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਸੰਤਾਂ ਦੇ ਲਈ ਸਿਫਾਰਿਸ਼ ਕਰਦਾ ਹੈ। ਪਰਮੇਸ਼ਰ ਦੀ ਮਰਜ਼ੀ, ਇਹ ਪਰਮੇਸ਼ਰ ਦੀ ਮਰਜ਼ੀ ਤੋਂ ਉਲਟ ਨਹੀਂ ਹੁੰਦਾ। ਇਹ ਸਾਡੀ ਮਰਜ਼ੀ ਨਾਲ ਨਹੀਂ ਚੱਲਦਾ। ਕਿਹਦੀ ਮਰਜ਼ੀ ਨਾਲ ਚੱਲ ਰਿਹਾ? ਹੁਣ ਜੇ ਤੁਸੀਂ ਆਤਮਾ 'ਚ ਪ੍ਰਾਰਥਨਾ ਕਰ ਰਹੇ ਹੋ, ਤੁਸੀਂ ਪਰਮੇਸ਼ਰ ਦੀ ਮਰਜ਼ੀ ਦੇ ਨਾਲ ਪ੍ਰਾਰਥਨਾ ਕਰ ਰਹੇ ਹੋ। ਹੁਣ ਜੇ ਤੁਸੀਂ ਆਤਮਾ 'ਚ ਪ੍ਰਾਰਥਨਾ ਕਰ ਰਹੇ ਹੋ, ਇਹ ਆਤਮਾ ਤੁਹਾਡੇ ਅੰਦਰ ਹੀ ਪਰਮੇਸ਼ਰ ਦੇ ਸਾਹਮਣੇ ਤੁਹਾਡੇ ਲਈ ਇਕੱਠ ਹੋ ਕੇ ਭਰ ਭਰ ਕੀ ਕਰ ਰਿਹਾ ਆ? ਸਿਫਾਰਿਸ਼ ਕਰ ਰਿਹਾ। ਇਹ 5 ਫਾਇਦੇ ਨੇ ਇੱਕ ਆਤਮਿਕ ਇਨਸਾਨ ਨੂੰ ਆਤਮਾ ਦੇ ਵਿੱਚ ਪ੍ਰਾਰਥਨਾ ਕਰਨ ਦੇ। ਹਾਲੇਲੂਇਆ। ਇੱਕ ਪ੍ਰਾਰਥਨਾ ਪਰਮੇਸ਼ਰ ਨੇ ਸਿਖਾਈ, ਪ੍ਰਭੂ ਵਾਲੀ ਪ੍ਰਾਰਥਨਾ। ਉਹ ਥੋੜਾ ਜਿਹਾ ਉਹਦੇ ਤੇ ਅਸੀਂ ਗੌਰ ਕਰਦੇ ਹਾਂ। ਅਸੀਂ ਮੱਤੀ ਦੀ ਇੰਜੀਲ 6 ਬਾਬ 9 ਤੋਂ ਲੈ ਕੇ ਉਹਦਾ 13 ਵਚਨ ਤੱਕ ਪੜ੍ਹੀਏ। ਪ੍ਰਭੂ ਯਿਸੂ ਮਸੀਹ ਨੇ ਕੀ ਸਿਖਾਇਆ ਸੀ? ਸੋ ਤੁਸੀਂ ਇਸ ਵਿਧ ਨਾਲ ਪ੍ਰਾਰਥਨਾ ਕਰੋ। ਕਹਿੰਦਾ ਜੇਕਰ ਹੁਣ ਤੁਸੀਂ ਪ੍ਰਾਰਥਨਾ ਕਰਨੀ ਆ ਤੇ ਇਸ ਵਿਧ ਨਾਲ ਪ੍ਰਾਰਥਨਾ ਕਰਨਾ। ਹੇ ਸਾਡੇ ਪਿਤਾ, ਇਹ ਵੀ ਆਤਮਿਕ ਪ੍ਰਾਰਥਨਾ ਹੀ ਆ। ਹੇ ਸਾਡੇ ਪਿਤਾ ਜਿਹੜਾ ਸਵਰਗ ਵਿੱਚ ਹੈ, ਜਿਹੜਾ ਸਵਰਗ ਦੇ ਵਿੱਚ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ। ਤੇਰਾ ਨਾਮ ਕੀ ਕੀਤਾ ਜਾਵੇ। ਪ੍ਰਭੂ ਹੇ ਸਾਡੇ ਪਿਤਾ ਜੋ ਤੂੰ ਸਵਰਗ 'ਚ ਆ, ਮੇਰੇ ਇਸ ਜੀਵਨ ਦੇ ਦੁਆਰਾ, ਇਹ ਜਿਹੜਾ ਪ੍ਰਾਰਥਨਾ ਕਰ ਰਿਹਾ ਨਾ ਮੈਂ, ਮੇਰੇ ਇਸ ਜੀਵਨ ਦੇ ਦੁਆਰਾ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ। ਮੇਰੇ ਇਸ ਜੀਵਨ ਦੇ ਦੁਆਰਾ, ਮੇਰੇ ਕੰਮਾਂ ਦੇ ਦੁਆਰਾ ਤੇਰੇ ਨਾਮ ਨੂੰ ਕੋਈ ਧੱਬਾ ਨਾ ਲੱਗੇ, ਤੇਰੇ ਨਾਮ ਨੂੰ ਕੋਈ ਬਦਨਾਮੀ ਨਾ ਮਿਲੇ। ਮੇਰਾ ਜੀਵਨ ਜੀਣਾ ਤੇਰੇ ਲਈ ਔਰ ਮੇਰਾ ਜੀਵਨ ਜੀਣਾ ਤੇਰੇ ਵਾਸਤੇ, ਤੇਰੇ ਨਾਮ ਦੇ ਵਾਸਤੇ ਇੱਕ ਮਹਿਮਾ ਔਰ ਵਡਿਆਈ ਦਾ ਕਾਰਨ ਬਣੇ। ਇਹ ਆਤਮਿਕ ਪ੍ਰਾਰਥਨਾ। ਅੱਗੇ ਪੜੋ। ਤੇਰਾ ਰਾਜ ਆਵੇ। ਤੇਰਾ ਕੀ ਆਵੇ? ਰਾਜ ਆਵੇ। ਹਾਂ, ਤੇਰੀ ਮਰਜ਼ੀ। ਰਾਜ ਮਤਲਬ ਤੇਰਾ ਹੀ ਸਭ ਕੁਝ ਕੀ ਹੋਵੇ।
ਤੇਰਾ ਰਾਜ ਆਵੇ, ਤੇਰੀ ਮਰਜ਼ੀ ਪੂਰੀ ਹੋਵੇ। ਰਾਜ ਕਹਿਣ ਤੋਂ ਮਤਲਬ ਰਾਜਾ ਤੂੰ ਬਣੇ, ਅਸੀਂ ਸਭ ਤੇਰੀ ਕੀ ਬਣੀਏ, ਤੇ ਤੇਰੇ ਹੀ ਹੁਕਮ, ਤੇਰੀ ਹੀ ਮਰਜ਼ੀ, ਤੇਰੀ ਹੀ ਪ੍ਰਭੂਤਾ ਸਾਰੇ ਸੰਸਾਰ ਦੇ ਉੱਤੇ ਹੋਵੇ। ਸਾਡੀ ਮਰਜ਼ੀ ਨਹੀਂ, ਪੜੋ, ਤੇਰੀ ਮਰਜ਼ੀ ਜਿਹੀ ਸਵਰਗ ਵਿੱਚ ਪੂਰੀ ਹੁੰਦੀ ਹੈ। ਤੇਰੀ ਮਰਜ਼ੀ ਜਿਸ ਤਰ੍ਹਾਂ ਸਵਰਗ ਦੇ ਵਿੱਚ ਸਵਰਗਦੂਤ ਤੇਰੀ ਮਰਜ਼ੀ ਪੂਰੀ ਕਰਦੇ ਨੇ, ਹਾਂ ਜ਼ਮੀਨ ਉੱਤੇ ਵੀ ਹੋਵੇ। ਅਸੀਂ ਵੀ ਕਰੀਏ ਪ੍ਰਭੂ, ਅਸੀਂ ਵੀ ਸਵਰਗਦੂਤਾਂ ਦੀ ਤਰ੍ਹਾਂ ਕੀ ਬਣ ਜਾਈਏ, ਤੇਰੇ ਲਈ, ਤੇਰੇ ਆਗਿਆਕਾਰ ਬਣ ਜਾਈਏ। ਜਿਸ ਤਰ੍ਹਾਂ ਸਵਰਗਦੂਤ ਕੀ ਕਰਦੇ ਨੇ, ਉਹ ਤੇਰੀ ਮਰਜ਼ੀ ਤੋਂ ਬਿਨਾਂ ਹਿਲਦੇ ਨਹੀਂ, ਉਹ ਹਰ ਸਮੇਂ ਤੇਰੀ ਕੀ ਕਰਦੇ ਰਹਿੰਦੇ ਨੇ, ਸਤੁਤੀ ਕਰਦੇ। ਸਵਰਗਦੂਤ ਕਿਹੜੀ ਸਤੁਤੀ ਕਰਦੇ ਨੇ, ਕਹਿੰਦੇ ਦੋ ਖੰਭਾਂ ਦੇ ਨਾਲ ਆਪਣੇ ਮੂੰਹ ਨੂੰ ਢੱਕਦੇ, ਦੋ ਖੰਭਾਂ ਦੇ ਨਾਲ ਆਪਣੇ ਪੈਰਾਂ ਨੂੰ ਢੱਕਦੇ ਨੇ, ਤੇ ਦੋਵਾਂ ਨਾਲ ਉੱਡਦੇ ਕੀ ਕਹਿੰਦੇ ਨੇ, ਪਵਿੱਤਰ 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 ਸੈਨਾ ਦਾ ਯਹੋਵਾ। ਕਹਿੰਦਾ ਇਹੀ ਤੇ ਕਹਿ ਰਹਾ ਨਾ, ਇਹ ਸਾਡੇ ਬਾਪ ਜੋ ਤੂੰ ਅਸਮਾਨ ਤੇ ਹੈ, ਤੇਰਾ ਨਾਮ ਕੀ ਮੰਨਿਆ ਜਾਵੇ, ਪਾਕ। ਜਿਸ ਤਰ੍ਹਾਂ ਸਵਰਗਦੂਤਾਂ ਦੇ ਦੁਆਰਾ ਤੇਰਾ ਨਾਮ ਪਾਕ ਮੰਨਿਆ ਜਾਂਦਾ, ਉਸ ਤਰ੍ਹਾਂ ਮੇਰੇ ਜੀਵਨ ਦੇ ਦੁਆਰਾ ਤੇਰਾ ਨਾਮ ਪਾਕ ਮੰਨਿਆ ਜਾਏ। ਤੇਰਾ ਰਾਜ ਆਵੇ, ਤੇਰੀ ਕੀ ਹੋਵੇ, ਮੇਰੀ ਮਰਜ਼ੀ ਪੂਰੀ ਨਾ ਹੋਵੇ। ਪਰ ਅੱਜ ਪ੍ਰਾਰਥਨਾ 'ਚ ਕੀ ਸ਼ਾਮਲ ਹੈ? ਅੱਜ ਜ਼ਿਆਦਾਤਰ ਪ੍ਰਾਰਥਨਾ ਜਿਹੜੀਆਂ ਆਤਮਾ ਤੋਂ ਬਾਹਰ ਨੇ, ਉਹਦੇ 'ਚ ਸਾਡੀ ਮਰਜ਼ੀ ਸ਼ਾਮਲ ਹੈ। ਅਸੀਂ ਚਾਹੁੰਦੇ ਹਾਂ ਪ੍ਰਭੂ ਸਾਡੀ ਮਰਜ਼ੀ ਪੂਰੀ ਹੋਵੇ, ਸਾਡੀ ਮਰਜ਼ੀ ਪੂਰੀ, ਜੋ ਅਸੀਂ ਚਾਹੁੰਦੇ ਆ ਉਹ ਹੋਵੇ। ਪਰ ਆਤਮਿਕ ਪ੍ਰਾਰਥਨਾ ਕੀ ਆ, ਪ੍ਰਭੂ ਤੇਰੀ ਮਰਜ਼ੀ ਪੂਰੀ ਹੋਵੇ, ਜੋ ਤੇਰੀ ਮਰਜ਼ੀ ਆ ਉਹ ਕੀ ਹੋਵੇ, ਪੂਰੀ ਹੋਵੇ। ਪਰ ਅੱਜ ਇਨਸਾਨ ਕੀ ਚਾਹੁੰਦਾ ਹੈ, ਆ ਮੇਰੀ ਮਰਜ਼ੀ ਆ, ਪਰਮੇਸ਼ਰ ਮੇਰੀ ਮਰਜ਼ੀ ਦੇ ਵਿੱਚ ਆ ਕੇ ਸ਼ਾਮਲ ਹੋਵੇ। ਪਰ ਪਰਮੇਸ਼ਰ ਕੀ ਚਾਹੁੰਦਾ, ਪਰਮੇਸ਼ਰ ਕਹਿੰਦਾ ਇਹ ਮੇਰੀ ਮਰਜ਼ੀ ਆ, ਇਨਸਾਨ ਤੂੰ ਮੇਰੀ ਮਰਜ਼ੀ 'ਚ ਕੀ ਹੋਣਾ ਆ ਕੇ ਸ਼ਾਮਲ ਹੋਣਾ। ਇਹ ਆ ਆਤਮਿਕ ਔਰ ਪ੍ਰਾਣਿਕ ਪ੍ਰਾਰਥਨਾ 'ਚ ਫਰਕ। ਸਰੀਰਕ ਇਨਸਾਨ, ਪ੍ਰਾਣਿਕ ਇਨਸਾਨ ਜਾਂ ਸਰੀਰਕ ਇਨਸਾਨ, ਸਰੀਰਕ ਪ੍ਰਾਰਥਨਾ ਕੀ ਆ, ਆਪਣੀ ਮਰਜ਼ੀ ਦੇ ਵਿੱਚ ਪਰਮੇਸ਼ਰ ਨੂੰ ਸ਼ਾਮਲ ਕਰਨਾ। ਆਤਮਿਕ ਪ੍ਰਾਰਥਨਾ ਕੀ ਆ, ਪਰਮੇਸ਼ਰ ਦੀ ਮਰਜ਼ੀ 'ਚ ਚੁੱਪਚਾਪ ਸਿਰ ਝੁਕਾ ਕੇ ਕੀ ਹੋ ਜਾਣਾ, ਸ਼ਾਮਲ ਹੋ ਜਾਣਾ। ਹਾਲੇਲੂਇਆ। ਕਹਿੰਦਾ ਤਾਂ ਹੀ ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਸਵਰਗ 'ਚ ਪੂਰੀ ਹੁੰਦੀ ਹੈ, ਕਿੱਥੇ ਹੋਵੇ, ਜ਼ਮੀਨ ਤੇ ਵੀ ਹੋਵੇ। ਹਾਂਜੀ, ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਅਸੀਂ ਇਹ ਨਹੀਂ ਚਾਹੁੰਦੇ ਅਸੀਂ ਇਸ ਧਰਤੀ ਤੇ ਅਮੀਰ ਬਣ ਜਾਈਏ, ਜੋ ਤੂੰ ਦੇਣਾ ਸਾਡੀ ਰੋਜ਼ ਦੀ ਰੋਟੀ ਏਲੀਆ ਵਾਂਗੂ ਸਾਨੂੰ ਦੇ। ਹਾਂ, ਅਤੇ ਸਾਡੇ ਕਰਜ਼ ਸਾਨੂੰ ਮਾਫ ਕਰ, ਸਾਡੇ ਕਰਜ਼ ਸਾਨੂੰ ਮਾਫ ਕਰ, ਜਾਂ ਸਾਡੇ ਪਾਪ ਸਾਨੂੰ ਮਾਫ ਕਰ, ਜਿਵੇਂ ਅਸਾਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ ਕੀਤਾ ਜਿਵੇਂ ਹੈ। ਅਸੀਂ ਵੀ ਆਪਣੇ ਕਰਜ਼ਾਈਆਂ ਨੂੰ ਕੀ ਕੀਤਾ ਹੈ ਨਾ। ਕਿੰਨੀ ਵਧੀਆ ਗੱਲ, ਕਿੰਨੀ ਅੱਛੀ ਗੱਲ ਪਰਮੇਸ਼ਰ ਸਿਖਾ ਰਿਹਾ। ਪਰ ਇੱਥੇ ਇੱਕ ਸ਼ਰਤ ਆ, ਕਹਿੰਦਾ ਤਦ ਤੱਕ ਤੁਹਾਡੇ ਕਰਜ਼ ਜਾਂ ਤੁਹਾਡੇ ਪਾਪ ਨਹੀਂ ਮਾਫ ਕੀਤੇ ਜਾਣਗੇ ਜਦ ਤੱਕ ਤੁਸੀਂ ਦੂਸਰਿਆਂ ਦੇ ਕੀ ਨਹੀਂ ਕਰੋਗੇ। ਤੁਸੀਂ ਕਹਿੰਦੇ ਤੁਹਾਡੇ ਮਾਫ ਹੋ ਜਾਣ, ਪਰ ਤੁਹਾਨੂੰ ਦੂਸਰਿਆਂ ਦੀ ਗਲਤੀਆਂ ਨੂੰ ਵੀ ਕੀ ਕਰਨਾ ਪੈਣਾ ਹੈ, ਮਾਫ ਕਰਨਾ ਪੈਣਾ। ਹਾਂਜੀ, ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਾਈ ਤੋਂ ਬਚਾ। ਹਾਂ, ਕਹਿੰਦਾ ਪ੍ਰਭੂ ਸਾਨੂੰ ਇਹ ਆ ਪ੍ਰਾਰਥਨਾ, ਪ੍ਰਭੂ ਸਾਨੂੰ ਸ਼ੈਤਾਨ ਦੇ ਪਰਤਾਵੇ 'ਚ ਨਾ ਆਉਣ ਦੇਈਂ, ਸਗੋਂ ਹਰ ਪ੍ਰਕਾਰ ਦੀ ਸਾਨੂੰ ਬੁਰਾਈ ਕਰਨ ਤੋਂ ਕੀ ਕਰੀ, ਬਚਾਈ। ਹਾਂ, ਹੁਣ ਤੁਸੀਂ ਦੱਸੋ, ਜਿਹੜੀਆਂ ਤੁਸੀਂ ਪ੍ਰਾਰਥਨਾ ਕਰਦੇ ਰੋਜ਼, ਉਹਦੇ ਵਿੱਚ ਇਹ ਸ਼ਾਮਲ ਆ, ਸ਼ਾਮਲ ਆ। ਅਸੀਂ ਪਹਿਲਾਂ ਜੋ ਵੀ ਬੇਨਤੀਆਂ ਕਰਨੀਆਂ ਸਰੀਰਕ, ਪ੍ਰਭੂ ਮੈਨੂੰ ਆਸ਼ੀਸ਼ ਦੇਈ, ਮੇਰੇ ਬੱਚਿਆਂ ਨੂੰ ਆਸ਼ੀਸ਼ ਦੇਈ, ਮੇਰੇ ਭੈਣ ਭਰਾਵਾਂ ਨੂੰ ਆਸ਼ੀਸ਼ ਦੇਈ। ਜੇ ਕੋਈ ਸਾਡੀ ਭੈਣ ਪ੍ਰਾਰਥਨਾ ਕਰ ਰਹੀ ਆ, ਉਹਨੇ ਆਪਣੇ ਪੇਕਿਆਂ ਨੂੰ, ਆਪਣੇ ਸਾਰੇ ਉਧਰ ਸਾਰੇ ਨੂੰ ਆਸ਼ੀਸ਼ਾਂ ਦੀ ਬੇਨਤੀ ਕਰਕੇ ਲਾਸਟ ਤੇ ਫਿਰ ਇੱਕ ਪ੍ਰਾਰਥਨਾ ਕਰਦੇ, ਹੇ ਸਾਡੇ ਬਾਪ ਜੋ ਤੂੰ ਸਮਾਨ ਤੇ ਤੇਰਾ ਕੀ ਕੀਤਾ ਜਾਵੇ। ਇੱਕ ਫਟਾਫਟ ਇੱਕ ਟੂਣਾ ਜਿਹਾ ਕਰਦੇ ਨੇ, ਫਟਾਫਟ ਇੱਕ ਫਾਰਮੈਲਿਟੀ। ਜਿਹੜੀ ਪ੍ਰਾਰਥਨਾ ਗੰਭੀਰਤਾ ਨਾਲ ਕਰਨੀ ਚਾਹੀਦੀ ਆ, ਉਹਨੂੰ ਐਂਡ ਤੇ ਆ ਕੇ ਇੱਕ ਫਾਰਮੈਲਿਟੀ ਬਣਾ ਲਈ ਆ। ਕਹਿਣ ਦਾ ਮਤਲਬ, ਜੇ ਪਰਮੇਸ਼ਰ ਨੇ ਚਾਹਿਆ, ਅਸੀਂ ਆਉਣ ਵਾਲੇ ਦਿਨਾਂ 'ਚ ਪ੍ਰਭੂ ਵਾਲੀ ਪ੍ਰਾਰਥਨਾ ਦੇ ਬਾਰੇ ਸਿੱਖਾਂਗੇ। ਇਹ ਸਾਡੇ ਬਾਪ ਜੋ ਤੂੰ ਅਸਮਾਨ ਤੇ ਦਾ ਮਤਲਬ ਕੀ ਹੈ, ਇਹਦੇ ਤੇ ਇੱਕ ਅਲੱਗ ਕਲਾਸ ਹੋਵੇ। ਇਸ ਤਰ੍ਹਾਂ 7-8 ਕਲਾਸਾਂ ਇਹਨਾਂ ਤੇ ਚੱਲਣਗੀਆਂ। ਪਰ ਤਦ ਤੱਕ ਦੀ ਅੱਜ ਪ੍ਰਾਰਥਨਾ ਵਿਸ਼ਾ ਥੋੜਾ ਜਿਹਾ ਸਮਝਾਉਣਾ ਚਾਹੁੰਦਾ। ਇਹ ਅਸਲੀ ਪ੍ਰਾਰਥਨਾ, ਸਾਡੀ ਮਰਜ਼ੀ ਪੂਰੀ ਹੋਣੀ ਪ੍ਰਾਰਥਨਾ ਨਹੀਂ ਹੈ। ਪ੍ਰਾਰਥਨਾ ਕੀ ਹੈ, ਪ੍ਰਭੂ ਕਿਹਦੀ ਮਰਜ਼ੀ ਪੂਰੀ ਹੋਵੇ। ਉੱਥੇ ਪੜ੍ਹੇ ਨਾ, ਇਕੱਠ ਹੋ ਕੇ ਭਰ ਕੀ ਕਰਦਾ ਸਾਡੇ ਲਈ, ਪਰ ਸਿਫਾਰਿਸ਼ ਕਿਹੜੇ ਬੇਸ ਤੇ ਕਰਦਾ, ਕਿ ਜੋ ਪਰਮੇਸ਼ਰ ਤੇਰੀ ਇੱਛਾ ਆ, ਜੋ ਤੇਰੀ ਮਨਸ਼ਾ ਨਾ, ਉਹ ਮਨਸ਼ਾ ਦੇ ਅਨੁਸਾਰ ਹੀ ਉਹ ਦਾਸਾਂ ਦੇ ਲਈ ਜਾਂ ਪ੍ਰਭੂ ਦੇ ਲੋਕਾਂ ਦੇ ਲਈ ਕੀ ਕਰਦਾ ਆ, ਉਹ ਬੇਨਤੀ ਕਰਦਾ, ਸਿਫਾਰਿਸ਼ ਕਰਦਾ ਆ। ਤੇਰੀ ਮਰਜ਼ੀ ਤੋਂ ਬਾਹਰ ਉਹ ਨਹੀਂ ਜਾਂਦਾ। ਹੁਣ ਇੱਕ ਵਚਨ ਪੜ੍ਹੀ ਜਰਾ, ਮੱਤੀ ਦੀ ਇੰਜੀਲ 6 ਬਾਬ ਉਹਦਾ 7 ਵਚਨ ਪੜ੍ਹਦੀ ਹੈ। ਅਤੇ ਤੁਸੀਂ ਪ੍ਰਾਰਥਨਾ ਕਰਦਿਆਂ ਹੋਇਆਂ ਪਰਾਈਆਂ ਕੌਮਾਂ ਦੇ ਲੋਕਾਂ ਵਾਂਗਰ ਬਕ ਨਾ ਕਰੋ। ਇੱਥੇ ਕੀ ਕਹਿੰਦਾ ਪਰਮੇਸ਼ਰ? ਕਹਿੰਦਾ ਤੁਸੀਂ ਪ੍ਰਾਰਥਨਾ ਕਰਦੇ ਸਮੇਂ ਪਰਾਈਆਂ ਕੌਮਾਂ ਦੀ ਤਰ੍ਹਾਂ ਕੀ ਨਾ ਕਰੋ।
ਬਲਕਿ ਕਿਸ ਤਰ੍ਹਾਂ ਪ੍ਰਾਰਥਨਾ ਕਰੋ? ਆਤਮਾ ਦੇ ਵਿੱਚ ਪ੍ਰਾਰਥਨਾ ਕਰੋ। ਬਕ-ਬਕ ਕਹਿਣ ਤੋਂ ਮਤਲਬ ਵਾਧੂ ਦੀਆਂ ਗੱਲਾਂ, ਵਾਧੂ ਐਵੇਂ ਮੰਗਲ ਇੱਕ ਲਿਸਟ ਵੱਡੀ ਬਣਾ ਕੇ। ਸਾਡੀ ਪ੍ਰਾਰਥਨਾ ਵਿੱਚ ਲੰਬੀ ਲਿਸਟ ਹੁੰਦੀ ਆ, ਉਸ ਲਿਸਟ ਦੇ ਆਧਾਰ ਤੇ ਪ੍ਰਾਰਥਨਾ ਕਰਦੇ, ਮੈਨੂੰ ਆਹ ਚਾਹੀਦਾ, ਮੈਨੂੰ ਉਹਨੂੰ ਇਹ ਚਾਹੀਦਾ, ਉਹਦੀ ਮਰਜ਼ੀ ਪੂਰੀ ਕਰ, ਫਲਾਣੇ ਨੂੰ ਸੰਭਾਲੀ, ਇਹਨੂੰ ਕਰੀ। ਉਹ ਹੈ ਬਕ-ਬਕ ਕਰਨਾ। ਕਹਿੰਦਾ ਪਰਾਈਆਂ ਕੌਮਾਂ ਦੀ ਤਰ੍ਹਾਂ ਤੁਸੀਂ ਕੀ ਨਾ ਕਰੋ, ਬਕ-ਬਕ ਨਾ ਕਰੋ, ਬਲਕਿ ਕੀ ਕਰੋ? ਅਦੀ 8 ਵਚਨ ਪੜ੍ਹ ਦਿਓ। ਕਿਉਂ ਜੋ ਸਮਝਦੇ ਹਨ ਭਈ ਸਾਡੇ ਬਹੁਤ ਬੋਲਣ ਕਰਕੇ, ਕਹਿੰਦਾ ਉਹ ਸਮਝਦੇ ਨੇ ਕਿ ਸਾਡੇ ਬਹੁਤ ਬੋਲਣ ਦੇ ਕਾਰਨ ਸਾਡੀ ਕੀ ਕੀਤੀ ਜਾਵੇਗੀ? ਸੁਣੀ ਜਾਵੇਗੀ। ਹਾਂ, ਸੋ ਤੁਸੀਂ ਉਹਨਾਂ ਵਰਗੇ ਨਾ ਹੋਵੋ, ਸੋ ਤੁਸੀਂ ਉਹਨਾਂ ਵਰਗੇ ਨਾ ਹੋਵੋ, ਕਿਉਂ ਜੋ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ। ਹਾਲੇਲੂਇਆ। ਇਹ ਜਿਹੜੀਆਂ ਸਰੀਰਕ ਲੋੜਾਂ ਜ਼ਰੂਰਤਾਂ ਨੇ ਨਾ, ਜਿਨ੍ਹਾਂ ਵਾਸਤੇ ਤੁਸੀਂ ਸਿਰਫ ਪ੍ਰਾਰਥਨਾ ਕਰਦੇ ਹੋ, 95% ਸਾਡੀਆਂ ਪ੍ਰਾਰਥਨਾ ਉਹ ਨੇ ਜਿਨ੍ਹਾਂ ਵਾਸਤੇ ਪਰਮੇਸ਼ਰ ਨੇ ਕਿਹਾ ਤੁਸੀਂ ਨਹੀਂ ਕਰਨੀ। ਤੁਸੀਂ ਕੀ ਪ੍ਰਾਰਥਨਾ ਕਰਦੇ ਹੋ? ਮੈਂ ਤੁਹਾਡੇ ਮੰਗਣ ਤੋਂ ਕੀ ਕਰਦਾ? ਤੇ ਜਿਹਦੇ ਵਾਸਤੇ ਪ੍ਰਾਰਥਨਾ ਕਰਨੀ, ਆਤਮਾ ਜਿਹੜੀ ਪ੍ਰਾਰਥਨਾ ਕਰਨੀ ਆ, ਉਹ ਸਿਰਫ 5% ਹੈ। ਮੇਰੇ ਪਿਆਰੇ, ਪਰਮੇਸ਼ਰ ਨੇ ਕਹਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਕੀ ਕਰਦਾ ਮੈਂ? ਤੁਹਾਡੇ ਸਰੀਰ ਦੀ ਹਰ ਮੁਸ਼ਕਲ ਨੂੰ ਮੈਂ ਜਾਣਦਾ, ਤੁਹਾਡੇ ਪਰਿਵਾਰ ਦੀ ਹਰ ਸਮੱਸਿਆ ਨੂੰ ਮੈਂ ਜਾਣਦਾ, ਤੁਹਾਡੀ ਹਰ ਫਾਈਨੈਂਸ਼ੀਅਲ ਮੁਸ਼ਕਲ ਨੂੰ ਮੈਂ ਜਾਣਦਾ, ਹਰ ਇੱਕ ਚੀਜ਼ ਨੂੰ ਮੈਂ ਜਾਣਦਾ। ਬਸ ਤੂੰ ਇੱਕ ਕੰਮ ਕਰ, ਤੂੰ ਇਹ ਸਾਰੀਆਂ ਪ੍ਰਾਰਥਨਾਵਾਂ ਤੇ ਸਾਰੀਆਂ ਬੇਨਤੀਆਂ ਆਤਮਾ 'ਚ ਕਰਨੀਆਂ ਸ਼ੁਰੂ ਕਰ ਦੇ। ਤੈਨੂੰ ਨਹੀਂ ਪਤਾ ਤੂੰ ਕਿਸ ਤਰ੍ਹਾਂ ਮੰਗਣਾ, ਤੈਨੂੰ ਨਹੀਂ ਪਤਾ ਤੈਨੂੰ ਕੀ ਚਾਹੀਦਾ ਹੈ। ਇਹ ਜਿਹੜਾ ਆਤਮਾ ਮੈਂ ਤੇਰੇ ਅੰਦਰ ਪਾਇਆ ਨਾ, ਇਹ ਜਾਣਦਾ ਆ। ਹਾਲੇਲੂਇਆ। ਇਹ ਸਭ ਕੁਝ ਜਾਣਦਾ ਆ। ਇਹ ਤੇਰੀਆਂ ਸਾਰੀਆਂ ਜ਼ਰੂਰਤਾਂ ਨੂੰ ਆਤਮਿਕ ਤੌਰ ਤੇ ਔਰ ਜੇਕਰ ਕੋਈ ਸਰੀਰਕ ਤੌਰ ਤੇ ਵੀ ਚਾਹੀਦੀਆਂ, ਪਰਮੇਸ਼ਰ ਪਹਿਲਾਂ ਹੀ ਪੂਰੀਆਂ ਕਰੇਗਾ। ਪਰ ਇਹ ਆਤਮਾ 'ਚ ਪ੍ਰਾਰਥਨਾ ਕਰਨਾ ਤੇਰੇ ਆਤਮਿਕ ਜੀਵਨ ਨੂੰ ਦਿਨ ਬਾ ਦਿਨ ਦਰੁਸਤ ਕਰਦਾ ਜਾਵੇਗਾ। ਹਾਲੇਲੂਇਆ। ਤਾਂ ਅੱਜ ਤੋਂ ਬਾਅਦ ਫਿਰ ਸਾਡੀਆਂ ਸਾਰੀਆਂ ਬੇਨਤੀਆਂ, ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਕਿਸ ਤਰ੍ਹਾਂ ਹੋਣੀਆਂ ਚਾਹੀਦੀਆਂ? ਆਤਮਾ ਦੇ ਵਿੱਚ। ਇਹੀ ਪਰਮੇਸ਼ਰ ਚਾਹੁੰਦਾ ਆ। ਸਾਨੂੰ ਆਤਮਿਕ ਸ਼ਸਤਰ ਬਸਤਰ ਦੇ ਦਿੱਤੇ ਔਰ ਫਿਰ ਸਾਡੇ ਉੱਤੇ ਅਣਖ ਦਾ ਕੀ ਪਵਾ ਦਿੱਤਾ? ਹੁਣ ਪਰਮੇਸ਼ਰ ਨੇ ਪ੍ਰਾਰਥਨਾ ਕਰਨ ਦਾ ਤਰੀਕਾ ਸਿਖਾਇਆ। ਪ੍ਰਾਰਥਨਾ ਕਿਸ ਤਰ੍ਹਾਂ? ਦੂਸਰੀਆਂ ਕੌਮਾਂ, ਪਰਾਈਆਂ ਕੌਮਾਂ ਵਾਂਗੂ ਬਕ-ਬਕ ਉਹ ਸੋਚਦੇ ਉਹਨਾਂ ਦੇ ਜ਼ਿਆਦਾ ਬੋਲਣ ਦੇ ਨਾਲ, ਜ਼ਿਆਦਾ ਡਿਮਾਂਡਾਂ ਕਰਨ ਦੇ ਨਾਲ ਪਰਮੇਸ਼ਰ ਕੀ ਕਰੇਗਾ? ਪਰ ਪਰਮੇਸ਼ਰ ਕਹਿੰਦਾ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਮੈਂ ਜਾਣਦਾ। ਇਸ ਕਰਕੇ ਤੁਹਾਨੂੰ ਸਭ ਤੋਂ ਵੱਧ ਜ਼ਰੂਰਤ ਹੈ ਆਤਮਾ ਦੇ ਵਿੱਚ ਤਰੱਕੀ ਕਰਨ ਦੀ। ਉਹਦੇ ਵਾਸਤੇ ਮੈਂ ਆਪਣਾ ਆਤਮਾ ਕੀ ਕਰ ਦਿੱਤਾ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਆਤਮਾ 'ਚ ਤਰੱਕੀ ਕਿਹੜੇ ਤਰੀਕੇ ਨਾਲ ਹੋਣੀ ਆ। ਮੇਰਾ ਆਤਮਾ ਬਖੂਬੀ ਜਾਣਦਾ ਹੈ। ਮੇਰਾ ਆਤਮਾ ਜਦੋਂ ਤੁਹਾਡੇ ਅੰਦਰ ਆਏਗਾ, ਜਦੋਂ ਤੁਸੀਂ ਉਸ ਆਤਮਾ 'ਚ ਪ੍ਰਾਰਥਨਾ ਕਰੋਗੇ, ਤੁਹਾਡੀਆਂ ਸਾਰੀਆਂ ਆਤਮਿਕ ਜ਼ਰੂਰਤਾਂ, ਤੁਹਾਡੀਆਂ ਸਾਰੀਆਂ ਆਤਮਿਕ ਨਿਰਬਲਤਾਈਆਂ, ਤੁਹਾਡੀਆਂ ਸਾਰੀਆਂ ਆਤਮਿਕ ਲੋੜਾਂ, ਜ਼ਰੂਰਤਾਂ, ਖਵਾਹਿਸ਼ਾਂ ਪਰਮੇਸ਼ਰ ਕੀ ਕਰੇਗਾ? ਪੂਰੀਆਂ ਕਰੇਗਾ। ਤਾਂ ਵਚਨ ਕੀ ਕਹਿੰਦਾ? ਇਫਸੀਆਂ 6:18 ਸਾਡੇ ਹੱਥਾਂ ਤੇ ਲਿਖਿਆ ਜਾਵੇ। ਕਹਿੰਦਾ ਨਾ ਆਪਣੇ ਇਹਨਾਂ ਵਚਨਾਂ ਨੂੰ ਮੈਂ ਆਪਣੇ ਹੱਥਾਂ ਤੇ ਕੀ ਕਰੋ? ਬੰਨੋ, ਸਾਡੇ ਦਿਲਾਂ ਤੇ ਲਿਖਿਆ ਜਾਵੇ। ਹੁਣ ਤੋਂ ਬਾਅਦ ਇੱਕ ਆਤਮਿਕ ਇਨਸਾਨ ਦੀਆਂ ਸਾਰੀਆਂ ਬੇਨਤੀਆਂ ਤੇ ਸਾਰੀਆਂ ਪ੍ਰਾਰਥਨਾਵਾਂ ਕਿਹਦੇ 'ਚ? ਆਤਮਾ ਦੇ ਵਿੱਚ। ਤੇ ਆਤਮਾ ਜਾਣਦਾ ਆ ਸਭ ਕੁਝ। ਜੇ ਤੁਸੀਂ ਆਤਮਾ 'ਚ ਪ੍ਰਾਰਥਨਾ ਕਰੋਗੇ ਤੁਹਾਨੂੰ ਕੋਈ ਟੈਨਸ਼ਨ ਨਹੀਂ। ਤੁਸੀਂ ਇਹ ਨਹੀਂ ਸੋਚੋਗੇ ਤੁਹਾਡੀ ਪ੍ਰਾਰਥਨਾ ਸੰਪੂਰਨ ਨਹੀਂ ਹੋਈ, ਤੁਹਾਡੀ ਪ੍ਰਾਰਥਨਾ ਪੂਰੀ ਨਹੀਂ ਹੋਈ। ਜੇਕਰ ਤੁਸੀਂ ਆਪਣੀ ਪ੍ਰਾਰਥਨਾ ਨੂੰ ਪੂਰੀ ਕਰਨਾ ਚਾਹੁੰਦੇ ਹੋ, ਆਪਣੀ ਪ੍ਰਾਰਥਨਾ ਨੂੰ ਸੰਪੂਰਨ ਕਰਨਾ ਚਾਹੁੰਦੇ ਹੋ, ਆਪਣੀ ਪ੍ਰਾਰਥਨਾ ਨੂੰ ਪੱਕਿਆ ਕਰਨਾ ਚਾਹੁੰਦੇ ਹੋ, ਤੇ ਅੱਜ ਤੋਂ ਪ੍ਰਾਰਥਨਾ ਆਤਮਾ ਦੇ ਵਿੱਚ ਕਰਨਾ ਸ਼ੁਰੂ ਕਰ ਦਿਓ। ਹਾਲੇਲੂਇਆ। ਤਾਂ ਆਈਏ ਥੋੜੀ ਦੇਰ ਪ੍ਰਾਰਥਨਾ ਕਰਾਂਗੇ। ਇਹਨਾਂ ਵਚਨਾਂ ਦੇ ਆਧਾਰ ਤੇ ਆਪਣੇ ਆਪ ਨੂੰ ਦੇਖਦੇ ਹੋਏ ਪ੍ਰਾਰਥਨਾ ਕਰੀਏ। ਧੰਨਵਾਦ ਹੋ, ਧੰਨਵਾਦ, ਧੰਨਵਾਦ, ਧੰਨਵਾਦ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਧੰਨਵਾਦ। तो आइए गीत गावांगे ਅਸੀਂ। गीत किताब ਵਿੱਚੋਂ 233 ਨੰਬਰ गीत। इस गीत किताब चों 233 नंबर गीत, प्रार्थना का उत्तर देने वाले तेरे हजूर में आता हूं। प्रार्थना का उत्तर देने वाले तेरे हजूर में आता हूं। स्वर्गीय अनुग्रह का तू भंडार अब खो, स्वर्गीय अनुग्रह का तू
भंडार अब खोल, आशीष से हमको तू भर। सुन मेरी प्रार्थना, उत्तर दे सुनकर जांचना। सुन मेरी प्रार्थना, सुनकर जांचना। पुत्र के नाम से मांगेगा जो, पुत्र के नाम से मांगेगा जो, पुत्र शीघ्र पाएगा वो। पुत्र के नाम से, पुत्र के नाम तो मतलब पवित्र आत्मा च, पुत्र शीघ्र पाएगा वो। प्रतिज्ञा हमसे की है अनमोल, प्रतिज्ञा हमसे की है अनमोल, रहेगी सदा जो अटल। सुन मेरी प्रार्थना, उत्तर दे सुनकर जांचना। सुन मेरी प्रार्थना, सुनकर जांचना। वचन से आत्मा की प्यास बुझा, वचन से आत्मा की प्यास बुझा। भर हमें आत्मा के वरदान से, वचन से, हालेलुया। भर हमें आत्मा के वरदानों से, पवित्र आत्मा की शक्तियों दे, पवित्र आत्मा की शक्तियों दे। करुणा हो तेरी अपार। सुन मेरी प्रार्थना, उत्तर दे सुनकर जांचना। सुन मेरी प्रार्थना, उत्तर दे। पाप और रोगों से तू ही छुड़ा, लहू से जो क्रूस पर तूने बहा। पाप और रोगों से तू ही छुड़ा, लहू से जो क्रूस पर तूने बहा। हृदय अर्पण कर दे तुझको, हृदय अर्पण कर दे तुझको। पूरे विश्वास से तू बढ़। सुन मेरी प्रार्थना, उत्तर दे सुनकर जांचना। उत्तरी प्रार्थना, सुनकर जांचना। प्रार्थना का उत्तर देने वाले तेरे हजूर में आता हूँ। प्रार्थना का उत्तर देने वाले तेरे हजूर में आता हूँ। स्वर्गीय अनुग्रह का तू भंडार खोल, स्वर्गीय अनुग्रह का तू भंडार खोल। आशीष से हमको तू भर। सुन मेरी प्रार्थना, उत्तर दे सुनकर जांचना। सुन मेरी प्रार्थना, उत्तर दे सुनकर जांचना। हालेलुया। सर्वशक्तिमान पिता परमेश्वर तेरा धन्यवाद हो। मेरे प्यारे, ਅੱਜ ਅਸੀਂ ਸਿੱਖਿਆ ਕਿ ਆਤਮਾ ਦੇ ਵਿੱਚ ਪ੍ਰਾਰਥਨਾ ਕਰਨੀ ਹੈ।
ਜੇ ਤੁਸੀਂ ਕਿਤੇ ਕਿਸੇ ਨੂੰ ਆਤਮਾ 'ਚ ਪ੍ਰਾਰਥਨਾ ਕਰਦੇ ਦੇਖਦੇ ਹੋਗੇ, ਕਈ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ, ਕਈ ਲੋਕ ਉਸ ਨੂੰ ਅਜੀਬ ਸਮਝਦੇ ਨੇ, ਕਈ ਲੋਕ ਉਹਨਾਂ ਤੇ ਹੱਸਦੇ ਨੇ। ਪਰ ਮੇਰੇ ਪਿਆਰੇ, ਯਾਦ ਰੱਖੋ, ਉਹ ਜੋ ਕਰ ਰਹੇ ਨੇ ਨਾ, ਉਹਨਾਂ ਦੇ ਜੀਵਨਾਂ 'ਚ ਜੋ ਹੋ ਰਿਹਾ ਨਾ, ਉਹ ਬਿਲਕੁਲ ਸਹੀ ਕਰ ਰਹੇ ਨੇ। ਪਵਿੱਤਰ ਆਤਮਾ ਉਹਨਾਂ ਦੇ ਜੀਵਨਾਂ 'ਚ ਕੰਮ ਕਰ ਰਿਹਾ, ਪਵਿੱਤਰ ਆਤਮਾ ਉਹਨਾਂ ਦੇ ਜੀਵਨਾਂ ਨੂੰ ਸਿੱਧ ਕਰ ਰਿਹਾ। ਉਹਨਾਂ ਦੇ ਬਦਲੇ, ਉਹਨਾਂ ਦੇ ਬਕਬਕ ਕਰਨ ਦੀ ਬਜਾਏ, ਉਹਨਾਂ ਦੇ ਪ੍ਰਾਰਥਨਾ ਕਰਨ ਦੀ ਬਜਾਏ, ਉਹਨਾਂ ਦੇ ਅੰਦਰੋਂ ਪਰਮੇਸ਼ਰ ਦਾ ਆਤਮਾ ਬੋਲ ਰਿਹਾ, ਪਰਮੇਸ਼ਰ ਦਾ ਆਤਮਾ ਪ੍ਰਾਰਥਨਾ ਕਰ ਰਿਹਾ ਆ। ਔਰ ਮੇਰੀ ਇਹ ਖਵਾਇਸ਼ ਹੈ, ਮੇਰੀ ਇਹ ਆਸ ਹੈ ਕਿ ਤੁਸੀਂ ਸਭ ਵੀ ਇਸ ਪਵਿੱਤਰ ਆਤਮਾ ਦੇ ਦਾਨ ਨੂੰ ਪਾ ਲਓ, ਤਾਂ ਕਿ ਫਿਰ ਜੇ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ, ਫਿਰ ਤੁਸੀਂ ਨਹੀਂ ਬੋਲੋਗੇ, ਤੁਹਾਡੇ ਅੰਦਰੋਂ ਪਵਿੱਤਰ ਆਤਮਾ ਤੁਹਾਡੇ ਲਈ ਇਕੱਠ ਹੋ ਕੇ ਭਰ ਭਰ ਬੋਲੇਗਾ। ਹਾਲੇਲੂਇਆ। तो आइए मैं सबना ਦੇ ਲਈ प्रार्थना करांगा। सर्वशक्तिमान पिता परमेश्वर, तेरे धन्यवादी आज ਦੇ सुंदर समय ਦੇ ਲਈ। ਇੱਕ ਵਾਰੀ ਫੇਰ ਆਪਣੇ ਕਦਮਾਂ ਦੇ ਵਿੱਚ ਸਾਨੂੰ ਇਕੱਠਿਆਂ ਕੀਤਾ, ਆਪਣੇ ਵਚਨਾਂ ਦੇ ਪ੍ਰਕਾਸ਼ ਦਿੱਤੇ ਪਿਤਾ। ਔਰ ਮੈਂ ਪ੍ਰਾਰਥਨਾ ਕਰਦਾ, ਜਿੰਨਿਆਂ ਵੀ ਤੇਰੇ ਬੱਚਿਆਂ ਨੇ ਅੱਜ ਇਹ ਵਚਨਾਂ ਨੂੰ ਸਿੱਖਿਆ ਕਿ ਆਤਮਾ ਦੇ ਵਿੱਚ ਪ੍ਰਾਰਥਨਾ ਕਰਨਾ ਕਿਉਂ ਜ਼ਰੂਰੀ ਹੈ, ਕਿਉਂਕਿ ਜਦੋਂ ਇੱਕ ਆਤਮਿਕ ਇਨਸਾਨ ਆਤਮਾ 'ਚ ਪ੍ਰਾਰਥਨਾ ਕਰਦਾ ਆ, ਫਿਰ ਹੀ ਉਹਨੂੰ ਅਸਲ 'ਚ ਉਹਦੇ ਲਈ ਉਹ ਪ੍ਰਾਰਥਨਾ ਲਾਭਦਾਇਕ ਹੁੰਦੀ ਆ, ਉਹਦੇ ਲਈ ਉਹ ਪ੍ਰਾਰਥਨਾ ਫਾਇਦੇ ਵਾਲੀ ਹੁੰਦੀ ਹੈ ਪਿਤਾ। ਅੱਜ ਤੋਂ ਬਾਅਦ ਸਾਨੂੰ ਵੀ ਸਾਰੀਆਂ ਬੇਨਤੀਆਂ, ਸਾਰੀਆਂ ਪ੍ਰਾਰਥਨਾਵਾਂ ਆਤਮਾ ਦੇ ਵਿੱਚ ਕਰਨ ਦੇ ਲਈ ਪਿਤਾ ਤੂੰ ਮਨ ਬਖਸ਼। ਜਿਨ੍ਹਾਂ ਨੇ ਅੱਜ ਤੱਕ ਪਵਿੱਤਰ ਆਤਮਾ ਦਾ ਦਾਨ ਨਹੀਂ ਪਾਇਆ ਪਿਤਾ, ਜਲਦ ਉਹ ਤੇਰੇ ਇਸ ਪਵਿੱਤਰ ਆਤਮਾ ਦੇ ਦਾਨ ਦੇ ਲਈ ਤਿਆਰ ਹੋ ਜਾ। ਸਭ ਗੱਲਾਂ ਨੂੰ ਤੁਹਾਡੇ ਜੋਰਾਵਰ ਹੱਥਾਂ ਸੌਂਪਦੇ ਹੋਏ ਤੁਹਾਡੇ ਬੇਟੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਫਿਰ ਐਤਵਾਰ 11 ਵਜੇ ਪਰਮੇਸ਼ਰ ਦੇ ਵਚਨਾਂ ਨੂੰ ਅਸੀਂ ਲੈ ਕੇ ਆਵਾਂਗੇ। ਤੁਸੀਂ 11 ਵਜੇ ਸਾਡੇ ਨਾਲ ਆਨਲਾਈਨ ਜੁੜ ਸਕਦੇ ਹੋ। ਤਦ ਤੱਕ ਦੇ ਲਈ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲੇ। ਤਦ ਤੱਕ ਮੇਰੀ ਆਸ ਹੈ, ਮੇਰੀ ਪ੍ਰਾਰਥਨਾ, ਤੁਸੀਂ ਸਭ ਆਤਮਾ ਦਾ ਦਾਨ ਪਾ ਲਓ ਤੇ ਗਾਂ ਤੋਂ ਸਰੀਰ 'ਚ ਨਹੀਂ, ਗਾਂ 'ਚੋਂ ਆਤਮਾ ਦੇ ਨਾਲ ਪ੍ਰਾਰਥਨਾ ਕਰੀਏ ਅਸੀਂ। ਤਦ ਤੱਕ ਦੇ ਲਈ ਪਰਮੇਸ਼ਰ ਤੁਹਾਡੇ ਸਾਰਿਆਂ ਨੂੰ ਆਸ਼ੀਸ਼ ਦੇਵੇ, ਸਭਨਾਂ ਤੇ ਦੀ ਕਿਰਪਾ ਬਣੀ ਰਹੇ। ਸਭ ਨੂੰ ਜੈ ਮਸੀਹ ਦੀ।